ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਕਬਾਰ, ਸਰਬ ਕਲਾ ਸਮਰੱਥ। ਬੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਚੌਥਾ। ਗੁਣ ਗਾਵਾ ਗੁਣ ਵਿਥਰਾ, ਗੁਣ ਬੋਲੀ ਮੇਰੀ ਮਾਏ। ਗੁਰਮੁਖ ਸੱਜਣ ਗੁਣਕਾਰੀਆ, ਮਿਲ ਸੱਜਣ ਹਰ ਗੁਣ ਗਾਏ। ਗੁਣ ਗਾਵਾ ਗੁਣ ਵਿਥਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਦੇ ਖਜ਼ਾਨੇ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ, ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਗੁਰੂ ਕਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਵਿਚਾਰ ਜੋ ਪਿਛਲੇ ਸਮੇਂ ਤੋਂ ਆਰੰਭ ਹੈ, ਗੁਰੂ ਕਿਰਪਾ ਸਦਕਾ ਇਸ ਕਥਾ ਨੂੰ ਅੱਗੇ ਤੋਰਦਿਆਂ ਹੋਇਆਂ ਹਜ਼ੂਰ ਦੇ ਮੁਬਾਰਕ ਬਚਨਾਂ ਨੂੰ ਵਿਚਾਰੀਏ ਤੇ ਸੁਣੀਏ। ਸ੍ਰੀ ਰਾਗ ਮਹੱਲਾ ਚੌਥਾ। ਧੰਨ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਜੀ ਸ੍ਰੀ ਰਾਗ ਅੰਦਰ ਇਹ ਸ਼ਬਦ ਉਚਾਰਨ ਕਰਦੇ ਹਨ, ਗੁਣ ਗਾਵਾ ਗੁਣ ਵਿਥਰਾ। ਗੁਣ ਗਾਉਣੇ ਭਾਵ ਕਿ ਸਿਫਤਾਂ ਕਰਨੀਆਂ, ਵਡਿਆਈਆਂ ਕਰਨੀਆਂ। ਸੰਸਾਰ ਦੇ ਵਿੱਚ ਮਨੁੱਖੀ ਮਨ ਦੇ ਅੰਦਰ ਹੀ ਇਹ ਬੜੀ ਤਾਂਘ ਆ ਕਿ ਮੇਰੇ ਲੋਕ ਗੁਣ ਗਾਉਣ, ਮੇਰੀਆਂ ਵਡਿਆਈਆਂ ਕਰਨ, ਮੇਰੀਆਂ ਸਿਫਤਾਂ ਕਰਨ। ਚੰਗੇ ਕਰਮ ਇਸ ਇੱਛਾ ਨੂੰ ਰੱਖ ਕੇ ਲੋਕ ਕਰਦੇ ਨੇ ਕਿ ਲੋਕ ਮੇਰੀ ਸੋਭਾ ਕਰਨ। ਔਰ ਸੋਭਾ ਸੁਣਨ ਦਾ ਸੁਭਾਅ ਹੈ ਜੀਵ ਦਾ, ਅਤੇ ਇਹਦੇ ਨਾਲ ਇਹਦਾ ਨੁਕਸਾਨ ਵੀ ਹੁੰਦਾ ਹੈ। ਆਪਣੀਆਂ ਵਡਿਆਈਆਂ, ਆਪਣੀ ਸੋਭਾ, ਆਪਣੀਆਂ ਖੂਬੀਆਂ ਸੁਣਨ ਦਾ ਜਿਹੜਾ ਸੁਭਾਅ ਬਣਿਆ, ਇਸੇ ਕਰਕੇ ਮਨੁੱਖ ਅੱਗੇ ਨਹੀਂ ਤੁਰਦਾ, ਆਪਣੀ ਪਾਇਆ ਨਹੀਂ ਵੇਖਦਾ, ਔਰ ਇਸ ਤਰ੍ਹਾਂ ਦੂਜਿਆਂ ਦੀ ਨਿੰਦਾ ਕਰਕੇ ਖੁਸ਼ ਹੁੰਦਾ। ਪਰ ਸਤਿਗੁਰੂ ਮਹਾਰਾਜ ਨੇ ਸਾਨੂੰ, ਆਪਣੇ ਅਨੁਯਾਈਆਂ ਨੂੰ ਇਹ ਹਦਾਇਤ ਕੀਤੀ ਹੈ, ਸਿੱਖਿਆ ਦਿੱਤੀ ਹੈ ਕਿ ਨਾ ਤਾਂ ਆਪਣੇ ਗੁਣ ਗਵਾਓ, ਨਾ ਇੱਛਾ ਰੱਖੋ ਕਿ ਮੇਰੇ ਲੋਕ ਗੁਣ ਗਾਉਣ, ਅਤੇ ਨਾ ਹੀ ਹੋਰਨਾਂ ਸਰੀਰਾਂ ਦੇ ਉਹਨਾਂ ਦੇ ਸਾਹਮਣੇ ਗੁਣ ਗਾਓ, ਵਡਿਆਈ ਕਰੋ, ਫਲਾਉਣੀਆਂ ਦਿਓ। ਨਾ ਕਿਸੇ ਦੀ ਹੋਰ ਦੀ ਨਿੰਦਾ ਕਰੋ, ਨਾ ਆਪਣੀ ਨਿੰਦਾ ਤੋਂ ਨਾਰਾਜ਼ ਹੋ, ਬਲਕਿ ਆਪਣੇ ਆਪ ਨੂੰ ਹੋਰ ਨੀਵਾਂ ਬਣਾਓ। ਮਾਨਸਿਕ ਤੌਰ 'ਤੇ ਹੰਕਾਰ ਤਿਆਗ ਕੇ ਨਿਮਰਤਾ ਚਾਹੋ ਅਤੇ ਗੁਣ ਗਾਓ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ, ਜਿਹਦੇ ਵਿੱਚ ਸਦਾ ਗੁਣ ਹੀ ਗੁਣ ਹਨ, ਅਵਗੁਣ ਹੈ ਹੀ ਕੋਈ ਨਹੀਂ। ਸਗਲ ਗੁਣ ਅਵਗੁਣ ਨਾ ਕੋਈ, ਹੋਏ ਨੀਤਾ ਨੀਤਾ। ਹਾਂ, ਉਹਦੇ ਪਿਆਰੇ ਉਹਦੇ ਗੁਣ ਗਾਉਂਦੇ ਹੋਏ ਉਹਦੇ ਵਿੱਚ ਅਭੇਦ ਹੋ ਜਾਂਦੇ ਹਨ, ਅਤੇ ਜਿਨ੍ਹਾਂ 'ਚ ਦੋਸ਼ ਨਹੀਂ ਰਹਿ ਜਾਂਦੇ, ਜਿਨ੍ਹਾਂ 'ਚ ਗੁਣ ਹੀ ਗੁਣ ਹਨ, ਉਹਨਾਂ ਦਾ ਸਤਿਕਾਰ, ਵਡਿਆਈ ਜਾਂ ਉਹਨਾਂ ਦੀ ਮਹਾਨਤਾ ਤਾਂ ਸੰਸਾਰ 'ਚ ਰਹੇਗੀ। ਪਰ ਆਪਣੇ ਆਪ ਹੀ ਆਪਣੇ ਗੁਣ ਗਾਉਣੇ ਜਾਂ ਇੱਛਾ ਰੱਖਣੀ ਲੋਕ ਗੁਣ ਗਾਉਣ, ਇਹ ਸੁਭਾਅ ਚੰਗਾ ਨਹੀਂ, ਇਹ ਨੁਕਸਾਨਦੇਹ ਹੈ। ਅਤੇ ਹੋਰਨਾਂ ਦੇ ਗੁਣ ਜੇ ਗਾਈਏ ਅਤੇ ਕੱਲ੍ਹ ਨੂੰ ਉਹਨਾਂ ਦਾ ਅਵਗੁਣ ਕੋਈ ਸਾਡੇ ਸਾਹਮਣੇ ਆ ਜਾਏ, ਦੁਨੀਆ ਸਾਹਮਣੇ ਆ ਜਾਏ, ਫਿਰ ਸਾਨੂੰ ਸ਼ਰਮਿੰਦਗੀ ਉਠਾਉਣੀ ਪਏਗੀ। ਪਰਮਾਤਮਾ ਜਿਸ ਵਿੱਚ ਕੋਈ ਦੋਸ਼, ਵਿਕਾਰ, ਐਬ, ਅਵਗੁਣ, ਕੋਈ ਘਾਟ, ਕੋਈ ਅਧੂਰਾਪਣ ਹੈ ਨਹੀਂ, ਔਰ ਬੇਅੰਤ ਗੁਣ ਹਨ ਵਾਹਿਗੁਰੂ ਜੀ ਦੇ। ਬੇਅੰਤਾ ਬੇਅੰਤ ਗੁਣ ਤੇਰੇ, ਕੇਤਕ ਗਾਵਾਂ ਰਾਮ। ਵਾਹਿਗੁਰੂ ਦੇ ਬੇਅੰਤ ਗੁਣ ਨੇ। ਜਿਸ ਤਰ੍ਹਾਂ ਉਹ ਦੀਨ ਦਿਆਲ ਹੈ, ਉਹ ਪਤਿਤ ਪਾਵਨ ਹੈ, ਭਗਤ ਵਸ਼ਲ ਹੈ, ਅੰਤਰਜਾਮੀ ਹੈ, ਇਤਿਆਦਿਕ ਬੇਅੰਤ ਗੁਣ ਹਨ ਵਾਹਿਗੁਰੂ ਜੀ ਦੇ। ਜੋ ਕੀਰਤਨ ਅਸੀਂ ਗਾਉਂਦੇ ਹਾਂ, ਸੁਣਦੇ ਹਾਂ, ਇਹ ਪ੍ਰਮਾਤਮਾ ਦੇ ਗੁਣ ਹੀ ਗਾਏ ਜਾਂਦੇ ਨੇ। ਸਤਿਗੁਰੂ ਦੀ ਪਾਵਨ ਪਵਿੱਤਰ ਬਾਣੀ
ਵਾਹਿਗੁਰੂ ਦੇ ਗੁਣਾਂ ਨਾਲ ਹੀ ਭਰੀ ਹੋਈ ਹੈ। ਬਾਰ-ਬਾਰ ਪ੍ਰਮਾਤਮਾ ਦੀਆਂ ਸਿਫਤਾਂ, ਖੂਬੀਆਂ, ਵਡਿਆਈਆਂ ਕਰਨ ਦਾ ਹੀ ਉਪਦੇਸ਼ ਹਜ਼ੂਰ ਨੇ ਦਿੱਤਾ। ਇੱਥੇ ਵੀ ਹਜ਼ੂਰ ਸਾਡੇ ਤਾਂ ਸਿੱਖਿਆ ਦਿੰਦੇ ਹੋਏ ਕਹਿ ਰਹੇ ਨੇ, ਗੁਣ ਗਾਵਾਂ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਏ। ਹੇ ਮੇਰੀ ਮਾਂ, ਇੱਥੇ ਮਾਂ ਬਿਰਧ ਸਖੀ ਮਹਾਤਮਾ ਬ੍ਰਹਮ ਗਿਆਨੀਆਂ ਦਾ ਵਾਚਕ ਵੀ ਹੈ, ਔਰ ਮਾਤਾ ਪਿਤਾ ਰੂਪ ਸਤਿਗੁਰੂ ਜੀ ਵੀ ਹਨ। ਆਪਣੀ ਮਾਂ ਨੂੰ ਵੀ ਸੰਬੋਧਨ ਕਰਕੇ ਇੰਝ ਕਿਹਾ ਜਾ ਸਕਦਾ, ਹੇ ਮੇਰੀ ਮਾਏ, ਹੇ ਮੇਰੀ ਮਾਤਾ, ਮੇਰੀ ਇੱਛਾ ਹੈ ਬਣੀ ਕਿ ਮੈਂ ਵਾਹਿਗੁਰੂ ਦੇ ਗੁਣ ਗਾਵਾਂ, ਗੁਣ ਵਿਥਰਾ, ਗੁਣਾਂ ਦਾ ਵਿਸਥਾਰ ਕਰਾਂ, ਵਾਹਿਗੁਰੂ ਦੇ ਗੁਣ ਹੀ ਪ੍ਰਗਟ ਕਰਾਂ। ਗੁਣ ਬੋਲੀ ਤੇ ਵਾਹਿਗੁਰੂ ਦੇ ਆਮ ਬੋਲ ਚਾਲ ਬੋਲਦਿਆਂ ਆਮ ਗੱਲਾਂ ਬਾਤਾਂ ਕਰਦਿਆਂ ਵੀ ਵਾਹਿਗੁਰੂ ਦੇ ਮੈਂ ਗੁਣ ਬੋਲਦਾ ਰਹਾਂ। ਗੁਰਮੁਖ ਸੱਜਣ ਗੁਣ ਕਾਰੀਆ, ਮਿਲ ਸੱਜਣ ਹਰ ਗੁਣ ਗਾਏ। ਜੋ ਗੁਰਾਂ ਦੇ ਸਨਮੁਖ ਹੋ ਕੇ ਚੱਲਣ ਵਾਲੇ ਹਨ, ਗੁਰਾਂ ਨੂੰ ਮੁੱਖ ਰੱਖ ਕੇ ਚੱਲਣ ਵਾਲੇ, ਗੁਰੂ ਦੇ ਅਨੁਸਾਰੀ ਹੋ ਕੇ ਚੱਲਣ ਵਾਲੇ ਸੱਜਣ ਮਹਾਤਮਾ ਮਹਾਂਪੁਰਸ਼, ਗੁਣਕਾਰੀਆ, ਗੁਣ ਪੈਦਾ ਕਰਨ ਵਾਲੇ ਉਹ ਹਨ। ਇਸ ਕਰਕੇ ਮਿਲ ਸੱਜਣ ਹਰ ਗੁਣ ਗਾਏ, ਉਹਨਾਂ ਸੱਜਣਾਂ ਨੂੰ ਮਿਲ ਕੇ, ਕਿਉਂਕਿ ਉਹ ਗੁਰਮੁਖ ਪਿਆਰੇ ਅਸਲ ਸੱਜਣਤਾਈ ਉਹਨਾਂ ਦੇ ਪਾਸ ਹੈ, ਕਿਉਂਕਿ ਉਹਨਾਂ ਦੀ ਅਵਸਥਾ ਹੈ, ਵਿਸਰ ਗਈ ਸਭ ਤਾਤ ਪੁਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਸੋ ਇਸ ਪ੍ਰਕਾਰ ਨਾ ਕੋ ਮੇਰਾ ਦੁਸ਼ਮਨ ਰਹਿਆ, ਨਾ ਹਮ ਕਿਸਕੇ ਬੈਰ ਆਈ। ਬ੍ਰਹਮ ਪਸਾਰ ਪਸਾਰਿਓ ਭੀਤਰ, ਸਤਿਗੁਰ ਤੇ ਸੋਝੀ ਪਾਈ। ਔਰ ਹੋਰ ਵੀ ਬੇਅੰਤ ਬਚਨ ਹਨ ਕਿ ਨਾਨਕ ਕੱਚੜਿਆ ਸਿਉ ਤੋੜ ਢੂੰਡ, ਸੱਜਣ ਸੰਤ ਪੱਕਿਆ। ਜਿਹੜੇ ਪੱਕ ਚੁੱਕੇ ਸੰਤ ਨੇ ਉਹ ਅਸਲ ਵਿੱਚ ਸੱਜਣ ਹਨ, ਐਸ ਲੋਕ ਦੇ ਵੀ ਤੇ ਅਗਲੇ ਜਹਾਨ ਦੇ। ਜਿਵੇਂ ਸੱਜਣ ਠੱਗ ਜਿਹੜਾ ਸੀ, ਉਹਦੇ ਸਾਹਮਣੇ ਉਹਨੂੰ ਮੁਖਾਤਬ ਹੋ ਕੇ ਸਤਿਗੁਰਾਂ ਨੇ ਬਚਨ ਉਚਾਰਿਆ ਸੀ, ਉੱਜਲ ਕਹਿ ਹਾਂ ਚਿਲਕਣਾ ਘੋਟ ਮਕਾਲੜੀ ਮਸ, ਧੋਤਿਆ ਝੂਠ ਨਾ ਉਤਰੈ ਜੇ ਸੋ ਧੋਵਾ ਤਿਸ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ। ਸੱਜਣ ਉਹ ਜਿਹੜੇ ਪ੍ਰਲੋਕ ਵਿੱਚ ਵੀ ਸਾਥ ਨਿਭਾਉਣ। ਸੋ ਇਸ ਪ੍ਰਕਾਰ ਉਹ ਗੁਰਮੁਖ ਪਿਆਰੇ ਹਨ, ਸੰਤ ਮਹਾਤਮਾ, ਉਹਨਾਂ ਦੀ ਸੰਗਤ ਕੀਤੀ ਪ੍ਰਲੋਕ ਵਿੱਚ ਵੀ ਸਾਡਾ ਸਾਥ ਦੇਵੇਗੀ। ਤੇ ਕਿਉਂਕਿ ਉਹ ਰੱਬ ਦੇ ਗੁਣ ਗਾਉਂਦੇ ਨੇ ਤੇ ਉਹਨਾਂ ਨੇ ਸਾਨੂੰ ਵੀ ਲਾਤਾ ਇਸ ਪਾਸੇ, ਤੇ ਫਿਰ ਉਹ ਚੀਜ਼ ਜਿਹੜੀ ਦਾਤ ਮਿਲੀ ਉਹਨਾਂ ਦੀ ਸੰਗਤ ਵਿੱਚੋਂ, ਉਹ ਸਹਾਈ ਹੋਵੇਗੀ। ਵਾਹਿਗੁਰੂ ਦੇ ਨਾਮ ਨੇ, ਪ੍ਰਮਾਤਮਾ ਦੀਆਂ ਵਡਿਆਈਆਂ ਕੀਤੀਆਂ ਨੇ ਸਾਡਾ ਸਾਥ ਦੇਣਾ। ਇਸ ਕਰਕੇ ਉਹਨਾਂ ਸੱਜਣਾਂ ਨੂੰ ਮਿਲ ਕੇ ਹਰੀ ਦੇ ਗੁਣ ਕੋਈ ਗਾ ਸਕਦਾ। ਜੋ ਚੋਰਾਂ ਦੀ ਸੰਗਤ 'ਚ ਮਿਲੇਗਾ ਉਹ ਤਾਂ ਰੱਬ ਦੇ ਗੁਣ ਨਹੀਂ ਗਾਏਗਾ, ਸ਼ਰਾਬੀਆਂ ਦੀ ਸੰਗਤ ਵਿੱਚੋਂ ਤਾਂ ਨਹੀਂ ਇਹ ਦਾਤ ਮਿਲੇਗੀ, ਵਕਾਰੀਆਂ ਜਵਾਰੀਆਂ ਦੀ ਸੰਗਤ ਵਿੱਚੋਂ ਤਾਂ ਇਹ ਦਾਤ ਨਹੀਂ ਮਿਲੇਗੀ। ਜਿਵੇਂ ਇੱਕ ਸੱਜਣ ਨੇ ਪ੍ਰਚਾਰ ਕਰਦਿਆਂ ਬਚਨ ਦੱਸਿਆ ਸੀ, UK ਇੰਗਲੈਂਡ ਵਿੱਚ ਰਹਿੰਦਾ ਸੱਜਣ, ਵੀ ਮੈਂ ਇੰਡੀਆ ਗਿਆ ਸੀ ਤੇ ਸਾਡੇ ਰਿਸ਼ਤੇਦਾਰਾਂ ਦੀ ਇੱਕ ਲੜਕੀ ਸੀ, ਉਹਦੇ ਵਾਸਤੇ ਕਿਹਾ ਵੀ ਕੋਈ ਲੜਕਾ ਲੱਭੋ, ਵਿਆਹ ਕਰਨਾ, ਬੇਟੀ ਦਾ ਸ਼ਾਦੀ ਕਰਨੀ ਆ। ਤਾਂ ਨਾਲ ਉਸ ਲੜਕੀ ਨੇ ਕਹਿ ਦਿੱਤਾ ਵੀ ਅੰਕਲ ਜੀ ਕਲੀਨ ਸ਼ੇਵਡ ਲੜਕਾ ਚਾਹੀਦਾ, ਗੁਰਸਿੱਖ ਨਹੀਂ ਚਾਹੀਦਾ। ਚਲੋ ਮੈਂ ਤਾਂ ਚੁੱਪ ਕਰ ਗਿਆ, ਕਹਿੰਦੇ ਮੈਂ ਆ ਗਿਆ। ਬਾਅਦ ਵਿੱਚ ਉਸ ਲੜਕੀ ਦਾ ਵਿਆਹ ਕਲੀਨ ਸ਼ੇਵਡ ਮੁੰਡੇ ਨਾਲ ਹੋਇਆ ਤੇ ਫਿਰ 6 ਮਹੀਨੇ ਬਾਅਦ ਇੰਡੀਆ ਗਏ ਤੇ ਪੁੱਛਿਆ, ਬੇਟਾ ਕੀ ਹਾਲ ਆ, ਸੁਖੀ ਵਸਦੀ ਆ? ਉਹ ਕਹਿਣ ਲੱਗੀ, ਅੰਕਲ ਜੀ ਰੋਜ਼ ਸ਼ਰਾਬ ਪੀ ਕੇ ਮੈਨੂੰ ਕੁੱਟਦਾ ਮਾਰਦਾ। ਤਾਂ ਫਿਰ ਉਸਨੇ ਕਿਹਾ ਕਿ ਹੋਰ ਸ਼ਰਾਬ ਪੀ ਕੇ ਤੈਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾਵੇਗਾ? ਜੋ ਨਿੱਤ ਸ਼ਰਾਬ ਪੀਂਦਾ, ਸ਼ਰਾਬ ਨਾਲ ਦਿਮਾਗੀ ਤੌਰ 'ਤੇ ਬੰਦਾ ਹਿੱਲ ਜਾਂਦਾ, ਫਿਰ ਉਹ ਊਲ ਜਰੂਲ ਬੋਲੇਗਾ, ਤੈਨੂੰ ਕੁੱਟਮਾਰ ਵੀ ਕਰੇਗਾ। ਇਹ ਤੇਰੀ ਆਪਣੀ ਖੁਆਇਸ਼ ਸੀ, ਤੇਰੀ ਆਪਣੀ ਇੱਛਾ ਸੀ ਕਿ ਇਸ ਤਰ੍ਹਾਂ ਦਾ ਚਾਹੀਦਾ। ਸੋ ਇਸ ਪ੍ਰਕਾਰ ਸੰਸਾਰ ਦੇ ਵਿੱਚ ਦੋਵੇਂ ਪੱਖ ਨੇ। ਵਾਹਿਗੁਰੂ ਦੇ ਪਿਆਰੇ ਸੱਜਣ ਵੀ ਦੁਨੀਆ ਵਿੱਚ ਮਿਲਦੇ ਹਨ, ਪਰ ਵੱਡਿਆਂ ਭਾਗਾਂ ਕਰਕੇ ਡਿਫੀਕਲਟੀ, ਬੜੀ ਔਖਿਆਈ ਨਾਲ ਮਿਲਦੇ ਨੇ, ਵੱਡੇ ਭਾਗ ਹੋਣ ਤਾਂ। ਤੇ ਹੋਰ 84 ਦਾ ਖਾਜਾ ਤਾਂ ਬਥੇਰੀ ਦੁਨੀਆ, ਸਾਡੇ ਵਰਗੇ ਤਾਂ ਨੇਕਾਂ ਹੀ ਤੁਰੇ ਫਿਰਦੇ ਨੇ। ਐਸੇ ਵਾਹਿਗੁਰੂ ਦੇ ਪਿਆਰੇ ਮਿਲ ਜਾਣ ਤਾਂ ਫਿਰ ਹੀ ਕੋਈ ਵਾਹਿਗੁਰੂ ਦੇ ਗੁਣ ਗਾ ਸਕਦਾ ਹੈ। ਹੀਰਾ ਹੀਰ ਮਿਲ ਵਿਦਿਆ ਰੰਗ ਚਲੂਲੇ ਨਾਏ। ਹੀਰੇ ਹਨ ਸਤਿਗੁਰੂ ਮਹਾਰਾਜ, ਤੇ ਜੇ ਸਤਿਗੁਰੂ ਦੇ ਤਾਈਂ ਸ਼ਰਧਾ ਰੱਖਣ ਵਾਲਾ ਮਨ ਹੋ ਜਾਏ ਤੇ ਇਹ ਮਨ ਵੀ ਹੀਰਾ ਬਣ ਗਿਆ। ਇਹ ਹੀਰੇ ਸਤਿਗੁਰਾਂ ਦੇ ਨਾਲ ਮਿਲ ਕੇ ਇਹ ਹੀਰਾ ਮਨ ਵਿਦਿਆ ਵਿੰਨਿਆ ਗਿਆ, ਸਤਿਗੁਰੂ ਦੇ ਉਪਦੇਸ਼ ਦੁਆਰਾ ਹਿਰਦਾ ਵਿੰਨਿਆ ਗਿਆ। ਰੰਗ ਚਲੂਲਾ ਨਾਏ, ਤਾਂ ਫਿਰ ਵਾਹਿਗੁਰੂ ਜੀ ਦੇ ਨਾਮ ਦਾ ਜਿਹੜਾ ਚਲੂਲਾ ਰੰਗ ਹੈ, ਗਾੜਾ ਰੰਗ ਹੈ, ਸੱਚਾ ਰੰਗ ਹੈ,
ਚੂਹ ਚੂਹਾ ਰੰਗ ਹੈ, ਉਹ ਉਹਦੇ ਨਾਲ ਇਹ ਮਨ ਵਿੰਨਿਆ ਗਿਆ, ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਗਿਆ। ਮੇਰੇ ਗੋਵਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ। ਹੇ ਮੇਰੇ ਗੋਬਿੰਦ ਪਰਮਾਤਮਾ ਅਕਾਲ ਪੁਰਖ ਜੀ, ਜਦੋਂ ਮੈਂ ਤੁਹਾਡੇ ਗੁਣ ਗਾਉਂਦਾ ਹਾਂ ਤਾਂ ਮੇਰਾ ਮਨ ਤ੍ਰਿਪਤ ਹੁੰਦਾ। ਇੱਕ ਖੁਰਾਕ ਹੈ ਸਰੀਰ ਦੀ, ਸਰੀਰ ਨੂੰ ਢਿੱਡ ਨੂੰ ਭੁੱਖ ਲੱਗੇ ਤਾਂ ਮਨ ਭਾਉਂਦੇ ਭੋਜਨ ਖਾ ਕੇ ਤੇ ਉਹਦੇ ਨਾਲ ਸਰੀਰ ਦੀ ਭੁੱਖ ਮਿਟਦੀ ਹੈ। ਤੇ ਇਸੇ ਤਰ੍ਹਾਂ ਇਹ ਸਾਡੇ ਮਨ ਦੇ ਅੰਦਰ ਵੀ ਇੱਕ ਭੁੱਖ ਹੈ, ਤੜਪ ਹੈ। ਉਸ ਤੜਫ ਨੂੰ, ਉਸ ਭੁੱਖ ਨੂੰ ਪੂਰੀ ਕਰਨ ਵਾਸਤੇ ਅਸੀਂ ਹੋਰ ਕਈ ਕੁਝ ਯਤਨ ਕਰਦੇ ਹਾਂ। ਅੱਖਾਂ ਦੇ ਨਾਲ ਕਈ ਕੁਝ ਤੱਕਦੇ ਹਾਂ, ਸਿਨੇਮੇ ਦ੍ਰਿਸ਼ ਆਦਿ ਕੰਨਾਂ ਨਾਲ ਸੁਣਦੇ ਹਾਂ ਤੇ ਜੀਭ ਨਾਲ ਗੱਲਾਂ ਐਸੀਆਂ ਕਰਦੇ ਹਾਂ, ਇੰਜ ਜੋ ਮਰਜ਼ੀ ਕਰੀ ਜਾਈਏ। ਖਾਂਦਿਆਂ ਮੂੰਹ ਇਕੱਠਾ ਪਹਿਨਦਿਆਂ ਸਭ ਅੰਗ, ਭੋਜਨ ਖਾਂਦਿਆਂ ਮੂੰਹ ਘਸ ਗਿਆ ਹੈ। ਸਰੀਰ ਤੇ ਬਸਤਰ ਸੋਹਣੇ ਪਾਉਂਦਿਆਂ ਸਰੀਰ ਦੇ ਅੰਗ ਘਸ ਗਏ ਨੇ। ਨਾਨਕ ਤ੍ਰਿਗ ਤਿੰਨਾਂ ਦਾ ਜੀਵਿਆ ਜਨ ਸੱਚ ਨਾ ਲੱਗੋ ਰੰਗ, ਤੇ ਨਾ ਹੀ ਮਨ ਦੀ ਤ੍ਰਿਪਤੀ ਹੋਈ। ਸੋ ਇਸ ਪ੍ਰਕਾਰ ਜਿਹੜਾ ਮਨ ਹੈ ਇਹ ਤ੍ਰਿਪਤ ਹੋਵੇਗਾ। ਮਨ ਤ੍ਰਿਪਤਿਆ ਹਰ ਨਾਮ ਤੇ ਆਏ। ਵਾਹਿਗੁਰੂ ਦੇ ਨਾਮ ਨਾਲ ਜੁੜੀਏ, ਜੇ ਗੁਣ ਗਾਈਏ ਤਾਂ ਮਨ ਵਿੱਚ ਤ੍ਰਿਪਤੀ ਹੋ ਜਾਂਦੀ ਹੈ, ਮਤਲਬ ਤ੍ਰਿਸ਼ਨਾ ਬੁੱਝ ਜਾਂਦੀ ਹੈ, ਪਿਆਸ ਬੁੱਝ ਜਾਂਦੀ ਹੈ, ਭੁੱਖਾਂ ਬੁੱਝ ਜਾਂਦੀਆਂ ਹਨ ਮਨ ਦੀਆਂ। ਮਨ ਦੀ ਭੁੱਖ ਮਿਟਾਉਣ ਵਾਲਾ ਗੁਰੂ ਕਾ ਸ਼ਬਦ ਹੈ, ਰੱਬ ਦੇ ਗੁਣ ਹਨ। ਅੰਤਰ ਪਿਆਸ ਹਰ ਨਾਮ ਕੀ, ਗੁਰ ਤੁਸ ਮਿਲਾਵੈ ਸੋਏ। ਜਦੋਂ ਗੁਰੂ ਮਹਾਰਾਜ ਦੀ ਸੰਗਤ ਕਰਦੇ ਹਾਂ, ਰੱਬ ਦੇ ਪਿਆਰਿਆਂ ਦੀ ਸੰਗਤ ਕਰਦਿਆਂ ਸਾਡੇ ਅੰਦਰ ਹਰੀ ਪ੍ਰਮਾਤਮਾ ਦੇ ਨਾਮ ਦੀ ਪਿਆਸ ਲੱਗ ਜਾਏ ਤਾਂ ਗੁਰ ਤੁਸ ਮਿਲਾਵੈ ਸੋਏ। ਤਾਂ ਸਤਿਗੁਰੂ ਮਹਾਰਾਜ ਜੀ ਤੁਸ ਮੈਨੇ ਤੁੱਠ ਕੇ, ਪ੍ਰਸੰਨ ਹੋ ਕੇ ਉਸ ਵਾਹਿਗੁਰੂ ਪ੍ਰਮਾਤਮਾ ਦੇ ਨਾਲ ਮਿਲਾ ਦਿੰਦੇ ਨੇ। ਇਹ ਇਸ ਵਾਸਤੇ ਸਾਰੇ ਸਾਧਨ ਹਨ ਕਿ ਕਿਸੇ ਤਰ੍ਹਾਂ ਮਨ ਦੇ ਅੰਦਰ ਵਾਹਿਗੁਰੂ ਦੇ ਨਾਮ ਦੀ ਪਿਆਸ ਲੱਗ ਜਾਏ, ਤੜਫ ਪੈਦਾ ਹੋ ਜਾਏ। ਜਿਵੇਂ ਪਪੀਹਾ ਜਦੋਂ ਉਹ ਪਿਆਸਾ ਹੁੰਦਾ ਤਾਂ ਪ੍ਰਿਓ ਦੀ ਟੇਰ ਲਾਈ ਰੱਖਦਾ, ਜਦੋਂ ਤੱਕ ਬੱਦਲ ਚੜ੍ਹ ਕੇ ਨਾ ਆਉਣ, ਨਛੱਤਰ ਦੀ ਸਵਾਂਤੀ ਬੂੰਦ ਉਹਦੇ ਮੁੱਖ 'ਚ ਨਾ ਪਵੇ, ਪਿਆਸ ਨਹੀਂ ਬੁੱਝਦੀ। ਇਸੇ ਤਰ੍ਹਾਂ ਵੇਦ ਸ਼ਾਸਤਰ ਪੁਰਾਣ ਧਰਮ ਗ੍ਰੰਥ ਬੜੇ ਗਿਆਨ ਨਾਲ ਭਰੇ ਹੋਏ ਨੇ, ਪਰ ਜਿਹੜੀ ਸਾਡੇ ਮਨ ਦੇ ਅੰਦਰ ਪਿਆਸ ਹੈ ਉਹ ਸਤਿਗੁਰੂ ਰੂਪ ਬੱਦਲ ਰੂਪ ਹੋ ਕੇ ਆਉਣ ਤੇ ਨਾਮ ਦੀ ਸਵਾਂਤੀ ਬੂੰਦ ਸਾਡੇ ਹਿਰਦੇ 'ਚ ਬਖਸ਼ਣ ਤੇ ਤਾਂ ਹੀ ਗੱਲ ਬਣਦੀ। ਚਾਤ੍ਰਿਕ ਚਿਤਵਤ ਬਰਸਤ ਮੇ ਕਿਰਪਾ ਸਿੰਧ ਕਰੁਣਾ ਪ੍ਰਭ ਧਾਰੋ, ਹਰ ਪ੍ਰੇਮ ਭਗਤ ਕੋ ਨੇ। ਇਸ ਪ੍ਰਕਾਰ ਦੀ ਜਿਵੇਂ ਪਪੀਹੇ ਦੇ ਅੰਦਰ ਪਿਆਸ ਹੈ, ਇਸ ਤਰ੍ਹਾਂ ਦੀ ਹਰੀ ਦੇ ਨਾਮ ਦੀ ਅੰਦਰ ਪਿਆਸ ਹੋਵੇ ਤਾਂ ਗੁਰ ਤੁਸ ਮਿਲਾਵੈ ਸੋਏ। ਸਤਿਗੁਰੂ ਜੀ ਤੁੱਠ ਕੇ ਫਿਰ ਮਿਲਾ ਦਿੰਦੇ ਹਨ ਵਾਹਿਗੁਰੂ ਦੇ ਨਾਲ ਜਾਂ ਉਸ ਨਾਮ ਦੇ ਨਾਲ। ਰਹਾਉ ਸ਼ਬਦ ਦਾ ਸਨਾਬੀ ਟੀਕਾ ਮੂਲ ਭਾਵ ਦੱਸ ਕੇ ਖੁਲਾਸਾ ਕਰਦੇ ਹਨ। ਮਨ ਰੰਗੋ ਵਡ ਭਾਗੀ ਹੋ, ਗੁਰ ਤੁੱਠਾ ਕਰੇ ਪਸਾਓ। ਇਹ ਵੱਡਿਆਂ ਭਾਗਾਂ ਵਾਲੇ ਗੁਰਸਿੱਖ ਪਿਆਰਿਓ, ਸਤਸੰਗੀਓ, ਸਤਿਗੁਰੂ ਦੇ ਚਰਨੀ ਲੱਗੋ। ਜਦੋਂ ਸਤਿਗੁਰੂ ਜੀ ਤੁੱਠ ਕੇ ਪਸਾਓ ਦਾਤ ਕਰਨਗੇ ਨਾ ਤਾਂ ਇਸ ਤਰ੍ਹਾਂ ਤੁਹਾਡਾ ਮਨ ਰੰਗਿਆ ਜਾਏਗਾ। ਵੱਡਿਆਂ ਭਾਗਾਂ ਵਾਲਿਓ, ਆਪਣਾ ਮਨ ਰੰਗਣ ਦਾ ਯਤਨ ਕਰੋ ਸਤਿਗੁਰੂ ਦੇ ਸ਼ਬਦ ਨਾਲ, ਨਾਮ ਨਾਲ। ਸਤਿਗੁਰੂ ਜੀ ਜਦੋਂ ਤੁੱਠ ਪਏ ਤੇ ਪਸਾਓ ਦਾਤ, ਬੜੀ ਵੱਡੀ ਮਹਾਨ ਦਾਤ ਕਰਨਗੇ ਬ੍ਰਹਮ ਗਿਆਨ ਦੀ। ਗੁਰਨਾਮ ਦ੍ਰਿੜਾਏ ਰੰਗ ਸਿਉ, ਹਉ ਸਤਿਗੁਰੂ ਕੈ ਬਲ ਜਾਓ। ਕਹਿੰਦੇ ਸਤਿਗੁਰੂ ਜੀ ਹੀ ਹਨ ਜੋ ਵਾਹਿਗੁਰੂ ਦਾ ਨਾਮ ਦ੍ਰਿੜ ਕਰਾਉਂਦੇ ਨੇ, ਰੰਗ ਪ੍ਰੇਮ ਦੇ ਸਹਿਤ। ਵਾਹਿਗੁਰੂ ਦੇ ਨਾਮ ਦਾ ਪ੍ਰੇਮ ਦੇ ਸਹਿਤ ਰੰਗ ਲਾ ਦਿੰਦੇ ਨੇ, ਨਾਮ ਹਿਰਦੇ 'ਚ ਦ੍ਰਿੜ ਕਰਾ ਦਿੰਦੇ ਹਨ ਸਤਿਗੁਰੂ ਜੀ। ਹਉ ਸਤਿਗੁਰੂ ਕੈ ਬਲ ਜਾਓ। ਐਸੇ ਸੱਚੇ ਗੁਰਾਂ ਤੋਂ, ਸਤਿਪੁਰਤਗੀ ਗੁਰਾਂ ਤੋਂ ਮੈਂ ਬਲਿਹਾਰ ਸਦਕੇ ਜਾਵਾਂ। ਬਿਨ ਸਤਿਗੁਰ ਹਰ ਨਾਮ ਨ ਲੱਭਈ, ਲੱਖ ਕੋਟੀ ਕਰਮ ਕਮਾਓ। ਬਿਨਾਂ ਸੱਚੇ ਗੁਰਾਂ ਦੀ ਸ਼ਰਨ ਤੋਂ ਹਰੀ ਪ੍ਰਮਾਤਮਾ ਦੇ ਨਾਮ ਨੂੰ ਨਹੀਂ ਲੱਭਿਆ ਜਾ ਸਕਦਾ, ਨਹੀਂ ਪ੍ਰਾਪਤ ਕੀਤਾ ਜਾ ਸਕਦਾ, ਨਹੀਂ ਖੋਜਿਆ ਜਾ ਸਕਦਾ। ਭਾਵੇਂ ਲੱਖਾਂ ਕਰੋੜਾਂ ਹੋਰ ਕਰਮ ਜਿਨ੍ਹਾਂ ਨੂੰ ਧਰਮ ਦੇ ਕਰਮ ਸਮਝਿਆ ਜਾਂਦਾ, ਚੰਗੇ ਕਰਮ ਭਾਵੇਂ ਕਮਾਈ ਜਾਓ, ਕਮਾ ਕੇ ਵੇਖ ਲਓ, ਜਿੰਨੇ ਮਰਜ਼ੀ ਮੈਂ ਲੱਖਾਂ ਕਰੋੜਾਂ ਕਰਮ ਕਮਾਵਾਂ, ਬਿਨਾਂ ਸਤਿਗੁਰੂ ਦੀ ਸ਼ਰਨ ਤੋਂ ਹਰੀ ਦੇ ਨਾਮ ਨੂੰ ਨਹੀਂ ਲੱਭ ਸਕਦਾ। ਬਿਨ ਭਾਗਾ ਸਤਿਗੁਰ ਨਾ ਮਿਲੈ, ਘਰ ਬੈਠਿਆ ਨਿਕਟ ਨਿਤ ਪਾਸ। ਜਦੋਂ ਤੱਕ ਪੂਰਬਲੇ ਨਿਸ਼ਕਾਮ ਕਰਮ ਉਦੈ ਨਹੀਂ ਹੁੰਦੇ, ਮੱਥੇ ਤੇ ਭਾਗ ਨਹੀਂ ਲਿਖੇ ਹੋਏ ਵਾਹਿਗੁਰੂ ਨੇ, ਤਾਂ ਬਿਨਾਂ ਭਾਗਾਂ ਤੋਂ ਪੂਰੇ ਸਤਿਗੁਰੂ ਜੀ ਨਹੀਂ ਮਿਲਦੇ ਹਨ।
घर च बैठिया होया निकट नित पास, जिन्हां दे पास ही ਅਸੀਂ बैठे होइए, नेड़े बैठे होइए बिल्कुल सतगुरां दे, ਤਾਂ ਫਿਰ ਵੀ ਮਿਲਾਪ ਨਹੀਂ ਹੁੰਦਾ। ਭਾਵ ਸ਼ਰਧਾ ਨਹੀਂ ਵੱਜਦੀ, ਭਾਵਨਾ ਨਹੀਂ ਵੱਜਦੀ ਬਿਨਾਂ ਭਾਗਾਂ ਤੋਂ। ਅੰਤਰ ਅਗਿਆਨ ਦੁੱਖ ਭਰਮ ਹੈ, ਵਿੱਚ ਪੜਦਾ ਦੂਰ ਪਈ ਆਸ। ਸਾਡੇ ਜੀਆਂ ਦੇ ਅੰਦਰ ਬਹੁਤ ਜ਼ਬਰਦਸਤ ਅਗਿਆਨ ਦਾ ਹਨੇਰਾ ਹੈ, ਔਰ ਉਸ ਅਗਿਆਨ ਕਰਕੇ ਹੀ ਵਿਛੋੜੇ ਦਾ ਸਾਨੂੰ ਦੁੱਖ ਚੰਬੜਿਆ ਹੋਇਆ ਤੇ ਭਰਮ ਭਟਕਣਾ ਹੈ। ਭਰਮ ਜੋ ਭ੍ਰਾਂਤੀ ਹੈ, ਹੋਰ ਚੀਜ਼ ਨੂੰ ਹੋਰ ਸਮਝਣਾ, ਕਿਸੇ ਵੀ ਚੀਜ਼ ਦੇ ਅਸਲੀਅਤ ਰੂਪ ਨੂੰ ਨਾ ਸਮਝਣਾ ਤੇ ਹੋਰ ਮੰਨਣਾ। ਭੇਦ ਭਰਮ ਕਰਤਤ ਭਰਮ ਪੁੰਨ ਸੰਗ ਭਰਮ ਵਿਕਾਰ, ਬ੍ਰਹਮ ਇਤਰ ਜਗ ਸਤ ਹੈ ਪੰਚੋ ਭਰਮ ਸੰਸਾਰ। ਇਹ ਅੰਦਰ ਅਗਿਆਨ ਵੀ ਹੈ, ਦੁੱਖ ਵੀ ਵਿਛੋੜੇ ਦਾ ਤੇ ਭਰਮ ਵੀ ਪਿਆ ਹੋਇਆ, ਵਿੱਚ ਪੜਦਾ ਦੂਰ ਪਈ ਆਸ। ਤਾਂ ਇਸ ਤਰ੍ਹਾਂ ਦੂਰੀ ਪੈ ਗਈ ਹੈ ਵਾਹਿਗੁਰੂ ਤੋਂ, ਵਿੱਚ ਪੜਦਾ ਪਿਆ ਹੋਇਆ ਹਉਮੈ ਦਾ, ਹੰਕਾਰ ਦਾ। ਬਿਨ ਸਤਿਗੁਰ ਭੇਟੇ ਕੰਚਨ ਨਾ ਥੀਐ, ਮਨਮੁਖ ਲੋਹੋ ਬੂਡਾ ਬੇੜੀ ਪਾਸ। ਹਜ਼ੂਰ ਕਹਿੰਦੇ ਨੇ ਕਿ ਬਿਨਾਂ ਸਤਿਗੁਰਾਂ ਦੀ ਸ਼ਰਨ ਦੇ ਤਾਈਂ ਮਿਲਣ ਤੋਂ ਬਗੈਰ, ਬਿਨਾਂ ਸਤਿਗੁਰੂ ਦੇ ਮਿਲਣ ਤੋਂ ਬਗੈਰ, ਇਹ ਜਿਹੜਾ ਮਨ ਹੈ ਸਾਡਾ, ਮਨਮੁਖ ਦਾ ਮਨ, ਇਹ ਲੋਹਾ ਹੈ ਤੇ ਸਤਿਗੁਰੂ ਪਾਰਸ ਰੂਪ ਹਨ। ਸਤਿਗੁਰੂ ਨੂੰ ਪਰਸਣ ਤੋਂ ਬਗੈਰ ਇਹ ਮਨ ਕੰਚਨ ਵਰਗਾ ਸ਼ੁੱਧ ਨਹੀਂ ਹੋ ਸਕਦਾ, ਸੋਨੇ ਵਰਗਾ ਨਹੀਂ ਹੋ ਸਕਦਾ। ਇਹ ਲੋਹਾ ਹੈ। ਬੂਡਾ ਬੇੜੀ ਪਾਸ, ਮਨਮੁਖ ਲੋਹੇ ਵਰਗਾ ਹੈ ਤੇ ਸਤਿਗੁਰੂ ਜੀ ਬੇੜੀ ਰੂਪ ਹਨ। ਸੰਸਾਰ ਸਮੁੰਦਰ ਦੇ ਵਿੱਚ ਮਨਮੁਖ ਜੋ ਲੋਹੇ ਵਰਗਾ ਹੈ ਡੁੱਬ ਗਿਆ, ਕੋਲ ਬੇੜੀ ਹੁੰਦਿਆਂ ਸਤਿਗੁਰੂ ਮਹਾਰਾਜ ਜੀ ਬੇੜੀ ਰੂਪ ਹਨ ਤੇ ਮਨਮੁਖ ਜੀਵ ਲੋਹੇ ਵਰਗਾ ਹੈ, ਬੇੜੀ 'ਚ ਚੜ੍ਹ ਜਾਂਦਾ ਤੇ ਬੰਨੇ ਲੱਗ ਜਾਂਦਾ। ਤੇ ਨਾ ਹੀ ਇਹ ਸਤਿਗੁਰੂ ਦੇ ਚਰਣੀ ਲੱਗਾ ਤੇ ਨਾ ਕੰਚਨ ਸੋਨੇ ਵਰਗਾ ਹੋਇਆ, ਨਾ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਿਆ। ਸਤਿਗੁਰ ਬੋਹਿਤ ਹਰ ਨਾਮ ਹੈ, ਕਿਤ ਬਿਦ ਚੜ੍ਹਿਆ ਜਾਏ। ਸਤਿਗੁਰੂ ਜੀ ਬੋਹਿਤ ਜਹਾਜ਼ ਰੂਪ ਹਨ, ਹਰੀ ਦਾ ਨਾਮ ਰੂਪ ਹਨ ਸਤਿਗੁਰੂ। ਸਤਿਗੁਰੂ ਆਪ ਨਾਮ ਰੂਪ ਹਨ ਤੇ ਨਾਮ ਹੀ ਜਹਾਜ਼ ਰੂਪ ਹੈ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਸਤੇ, ਕਿਤ ਬਿਦ ਚੜ੍ਹਿਆ ਜਾਏ। ਇਸ ਬੋਹਿਤ ਉੱਪਰ, ਇਸ ਜਹਾਜ਼ ਉੱਪਰ, ਇਸ ਬੇੜੇ ਉੱਪਰ ਕਿਸ ਵਿਧੀ ਨਾਲ ਚੜ੍ਹਿਆ ਜਾ ਸਕਦਾ ਹੈ? ਤਾਂ ਹਜ਼ੂਰ ਉਹ ਤਰੀਕਾ ਦੱਸ ਰਹੇ ਨੇ। ਸਤਿਗੁਰ ਕੈ ਭਾਣੈ ਜੋ ਚੱਲੈ, ਵਿੱਚ ਬੋਹਿਤ ਬੈਠਾ ਆਏ। ਜੋ ਸਤਿਗੁਰੂ ਦੇ ਭਾਣੇ ਅਨੁਸਾਰ, ਸਤਿਗੁਰੂ ਦੀ ਰਜ਼ਾ ਅਨੁਸਾਰ, ਸਤਿਗੁਰੂ ਦੇ ਹੁਕਮ ਅਨੁਸਾਰ ਜੋ ਚੱਲਦਾ ਹੈ, ਉਹ ਸਮਝੋ ਕਿ ਬੋਹਿਤ ਜਹਾਜ਼ ਦੇ ਵਿੱਚ ਆ ਕੇ ਬਹਿ ਗਿਆ ਹੈ। ਇੱਕ ਹੁੰਦਾ ਹੈ ਤੁਲਹਾ, ਔਰ ਇੱਕ ਇਸੇ ਪ੍ਰਕਾਰ ਬੇੜੀ ਹੁੰਦੀ ਹੈ ਛੋਟੀ, ਮਸ਼ੂਆ ਹੁੰਦਾ, ਬੇੜੀ ਹੁੰਦੀ ਹੈ। ਇੱਕ ਵੱਡਾ ਬੇੜਾ ਜਿਵੇਂ ਸ਼ਿਪ ਹੈ, ਤੇ ਇਸ ਪ੍ਰਕਾਰ ਤੁਲਹੇ ਤੇ ਇੱਕ ਅੱਧਾ ਬੰਦਾ ਚੜ੍ਹ ਕੇ ਪਾਰ ਲੰਘਦਾ। ਬੇੜੀ ਦੇ 10 ਵੀ ਬੰਦੇ ਬਹਿ ਜਾਂਦੇ ਨੇ ਤੇ ਜਿਹੜਾ ਸ਼ਿਪ ਹੁੰਦਾ, ਵੱਡਾ ਜਹਾਜ਼, ਜਿਹੜਾ ਵੀ ਉਹਦੇ 'ਚ ਵੜ ਗਿਆ, ਜਿਹਦਾ ਹੱਥ ਪੈ ਗਿਆ, ਸਭ ਬੰਨੇ ਲੱਗ ਜਾਂਦੇ ਨੇ। ਇਸ ਤਰ੍ਹਾਂ ਸਤਿਗੁਰੂ ਜੀ ਬੋਹਿਤ ਰੂਪ ਹਨ। ਧੰਨ ਧੰਨ ਵਡਭਾਗੀ ਨਾਨਕਾ, ਜਿਨ੍ਹਾਂ ਸਤਿਗੁਰ ਲੈ ਮਿਲਾਏ। ਸਤਿਗੁਰੂ ਰਾਮਦਾਸ ਮਹਾਰਾਜ ਬਚਨ ਕਰਦੇ ਨੇ ਕਿ ਧੰਨ ਸਨ ਪਿੱਛੇ, ਧੰਨ ਹਨ ਹੁਣ ਵੱਡਿਆਂ ਭਾਗਾਂ ਵਾਲੇ ਉਹ ਗੁਰਮੁਖ, ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਜੀ ਆਪਣੇ ਨਾਲ ਮਿਲਾ ਲੈਂਦੇ ਨੇ। ਪਿੱਛੇ ਮਿਲਾ ਲੈਂਦੇ ਸੀ, ਹੁਣ ਮਿਲਾ ਲੈਂਦੇ ਨੇ, ਆਉਣ ਵਾਲੇ ਸਮੇਂ 'ਚ ਮਿਲਾ ਲੈਣਗੇ। ਉਹ ਸਦਾ ਵਾਸਤੇ ਧੰਨ ਧੰਨ ਸਲਾਹੁਣ ਯੋਗ ਵੱਡਿਆਂ ਭਾਗਾਂ ਵਾਲੇ ਜੀਵੜੇ ਹਨ। ਸ੍ਰੀ ਰਾਗ ਮਹੱਲਾ ਚੌਥਾ। ਧੰਨ ਗੁਰੂ ਰਾਮਦਾਸ ਮਹਾਰਾਜ ਅਗਲਾ ਸ਼ਬਦ ਉਚਾਰਦੇ ਹਨ। ਹਉ ਪੰਥ ਦਸਾਈ ਨਿਤ ਖੜੀ, ਕੋਈ ਪ੍ਰਭ ਦੱਸੇ ਤਿਨ ਜਾਓ। ਮੈਂ ਪੰਥ ਰਸਤੇ ਨੂੰ, ਹਉ ਮੈਂ ਪੰਥ ਰਸਤੇ ਨੂੰ, ਦਸਾਈ ਮੈਨੇ ਪੁੱਛਦੀ ਹਾਂ, ਨਿਤ ਹੀ ਖਲੋਤੀ ਹੋਈ। ਭਾਵ ਇਹ ਜਗਿਆਸੂ ਰੂਪ ਇਸਤਰੀ ਦੇ ਮੁਖ ਦੁਆਰਾ ਬਚਨ ਹੈ ਕਿ ਰੱਬ ਦੇ ਪਿਆਰੇ ਤਾਂ ਟਿਕਾਣੇ ਪਹੁੰਚੇ ਹੋਏ ਨੇ, ਪਰ ਮੈਂ ਅਜੇ ਰਾਹ ਪੁੱਛਦੀ ਫਿਰਦੀ ਹਾਂ। ਭਾਈ ਗੁਰਦਾਸ ਨੇ ਜਿਵੇਂ ਬਚਨ ਕੀਤਾ, ਪੂਛਤ ਪਥਕ ਤੇ ਮਾਰਗ ਨ ਧਰੈ ਪਗ, ਪ੍ਰੀਤਮ ਕੈ ਦੇਸ ਕੈਸੇ ਬਾਤਨ ਸੇ ਜਾਈਐ। ਪੂਛਤ ਹੈ ਬੈਦ ਖਾਦ ਔਖਦ ਨ ਸੰਜਮ ਸਹਿ, ਕੈਸੇ ਮਿਟਾ ਰੋਗ ਸੁਖ ਸਹਿਜ ਸਮਾਈਐ। ਪੂਛਤ ਸੁਹਾਗਣ ਹੈ ਕਰਮ ਦੁਹਾਗਣ, ਕਰਦੈ ਬਿਬਚਾਰ ਕਤ ਸੇ ਜਾ ਬੁਲਾਈਐ। ਗਾਏ ਸੁਨੈ ਆਂਖੈ ਮਿਚੈ ਪਾਈਐ ਨ ਪਰਮ ਪਦ, ਪ੍ਰੀਤਮ ਕੈ ਦੇਸ ਕੈਸੇ ਬਾਤਨ ਸੇ ਜਾਈਐ। ਕਈ ਲੋਕ ਪੁੱਛਦੇ ਰਹਿੰਦੇ ਨੇ, ਗੱਲਾਂ ਦਾ ਸਵਾਦ ਰਹਿੰਦੇ ਨੇ, ਪਰ ਤੁਰਦੇ ਨਹੀਂ।
ਔਰ ਇੱਥੇ ਸਤਿਗੁਰੂ ਮਹਾਰਾਜ ਜੀ ਸਾਨੂੰ ਸਿੱਖਿਆ ਦੇ ਰਹੇ ਨੇ ਕਿ ਪੁੱਛਣਾ ਸਤਿਗੁਰਾਂ ਨੂੰ, ਪੁੱਛਣਾ ਉਹਨਾਂ ਰੱਬ ਦੇ ਪਿਆਰਿਆਂ ਨੂੰ ਜੋ ਟਿਕਾਣੇ ਪਹੁੰਚੇ ਹੋਏ ਨੇ, ਤੇ ਫਿਰ ਪੁੱਛ ਕੇ ਉਸ ਰਸਤੇ ਤੇ ਤੁਰ ਪੈਣਾ। ਹਉ ਪੰਥ ਦਸਾਈ ਨਿਤ ਖੜੀ, ਮੈਂ ਉਸ ਪੰਥ ਰਸਤੇ ਨੂੰ ਦਸਾਈ ਪੁੱਛਦੀ ਹਾਂ ਨਿਤ ਹੀ ਖਲੋਤੀ ਹੋਈ। ਕੋਈ ਪ੍ਰਭ ਦੱਸੇ ਤਿਨ ਜਾਓ। ਕੋਈ ਵੀ ਐਸਾ ਸੱਜਣ ਮਿਲ ਪਏ, ਭਾਵੇਂ ਉਹ ਇਸਲਾਮ ਨਾਲ ਸੰਬੰਧ ਰੱਖਦਾ ਹੋਵੇ, ਭਾਵੇਂ ਸਨਾਤਨ ਮਤ ਨਾਲ, ਭਾਵੇਂ ਜੈਨ ਮਤ ਨਾਲ, ਭਾਵੇਂ ਕਿਸੇ ਨਾਲ, ਸਾਰੇ ਜੋ ਰੱਬ ਦਾ ਰਾਹ ਜਾਣਦੇ ਨੇ, ਕੋਈ ਪ੍ਰਭੂ ਦੀ ਦੱਸ ਪਾ ਦੇਵੇ ਤਾਂ ਤਿੰਨ ਜਾਓ। ਉਹਨਾਂ ਦੇ ਦੱਸੇ ਮੁਤਾਬਕ ਉਸ ਰਾਹ ਤੇ ਮੈਂ ਚੱਲ ਪਵਾਂ। ਜਿਨੀ ਮੇਰਾ ਪਿਆਰਾ ਰਾਵਿਆ, ਇਹ ਜਗਿਆਸਾ ਹੈ, ਵਾਹਿਗੁਰੂ ਨੂੰ ਮਿਲਣ ਦੀ ਤੀਬਰ ਤਾਂਘ ਹੈ, ਤੜਫ ਹੈ। ਪੰਥ ਦਸਾਵਾ ਨਿਤ ਖੜੀ, ਮੁੰਦ ਜੋਬਨ ਬਾਲੀ ਰਾਮ ਰਾਜੇ। ਹਰ ਹਰ ਨਾਮ ਚੇਤਾਏ, ਗੁਰ ਹਰ ਮਾਰਗ ਚਾਲੀ। ਜਿਨੀ ਮੇਰਾ ਪਿਆਰਾ ਰਾਵਿਆ, ਜਿਨ੍ਹਾਂ ਨੇ ਮੇਰੇ ਪਿਆਰੇ ਪ੍ਰਮਾਤਮਾ ਦੀ ਅਭੇਦਤਾ ਦੇ ਆਨੰਦ ਨੂੰ ਮਾਣਿਆ ਹੈ, ਭੋਗਿਆ ਹੈ, ਜਿਨ੍ਹਾਂ ਨੇ ਉਸ ਦੀ ਪ੍ਰਾਪਤੀ ਦਾ ਰਸ ਲਿਆ ਹੈ, ਤੈਨ ਪਿਛੇ ਲਾਗ ਫਿਰਾਂ। ਮੈਂ ਉਹਨਾਂ ਦੇ ਪਿੱਛੇ ਲੱਗੀ ਫਿਰਾਂ, ਮੈਂ ਉਹਨਾਂ ਦੇ ਪਿੱਛੇ ਪਿੱਛੇ ਲੱਗੀ ਫਿਰਾਂ। ਜਿਵੇਂ ਕਿਹਾ ਹੈ, ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ। ਸੋ ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਓ ਹੋਏ ਵਾਰੀ, ਇਸ ਵਾਰੀ ਮਹਾਰਾਜ ਰੱਖ ਲਿਓ, ਮੈਂ ਤੇਰੇ ਸੰਤਾਂ ਦੇ ਪਿੱਛੇ ਲੱਗੀ ਫਿਰਦੀ ਹਾਂ। ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭ ਮਿਲਣੇ ਕਾ ਚਾਓ। ਮੈਂ ਉਹਨਾਂ ਅੱਗੇ ਬੇਨਤੀ ਕਰਾਂਗੀ, ਮਿੰਨਤ ਹੱਥ ਜੋੜ ਜੋੜ ਕੇ। ਜੋਦੜੀ ਇੱਕ ਤਾਂ ਅਰਥ ਹੈ ਬੇਨਤੀ ਦਾ, ਤੇ ਦੂਸਰਾ ਅਰਥ ਹੈ ਜੋਹਦ ਕਰਨੀ, ਸੇਵਾ ਘਾਲਣੀ। ਜੋਦੜ ਘਾਲਾ ਘਾਲਾ ਘਾਲਣੀ, ਘਾਲ ਘਾਲਣੀ, ਇਹਦਾ ਮਤਲਬ ਮੈਂ ਉਹਨਾਂ ਦੀ ਸੇਵਾ ਵੀ ਕਰਾਂਗੀ, ਮੈਂ ਉਹਨਾਂ ਦੇ ਅੱਗੇ ਮਿੰਨਤਾਂ ਵੀ ਕਰਾਂਗੀ, ਤੇ ਬੇਨਤੀ ਕਰਾਂਗੇ ਮੈਂ ਪ੍ਰਭ ਮਿਲਣਾ ਕਾ ਚਾਓ, ਕਿ ਮੈਨੂੰ ਪ੍ਰਭੂ ਦੇ ਮਿਲਣ ਦਾ ਚਾਓ ਹੈ। ਸੋ ਇਸ ਪ੍ਰਕਾਰ ਤਿਨਾ ਦੇਖ ਮਨ ਚਾਓ ਉਠੰਦਾ ਹਾਂ, ਕਦ ਪਾਈ ਗੁਣ ਤਾਸਾ। ਜਿਨੀ ਮੈਂਡਾ ਲਾਦਰੀ ਆਇਆ ਹਾਂ, ਤਿਸ ਆਗਿਆ ਮਨ ਡੇਹੀਆ। ਨਾਨਕ ਕਹਿ ਸੁਣ ਬਿਨੋ ਸੁਹਾਗਣ, ਮੂੰਹ ਦਸ ਦਿਖਾ ਫਿਰ ਕਹੀਆ। ਇਸ ਪ੍ਰਕਾਰ ਦੀ ਤੜਪ ਹੈ, ਵਾਹਿਗੁਰੂ ਨੂੰ ਮਿਲਣ ਦਾ ਚਾਓ ਹੈ। ਮੇਰੇ ਭਾਈ ਜਨਾ ਕੋਈ ਮੌਕਾ ਹਰ ਪ੍ਰਭ ਮੇਲ ਮਿਲਾਏ। ਸਾਰੇ ਜੀਆਂ 'ਚ ਪਰਮੇਸ਼ਰ ਦੀ ਅੰਸ਼ ਹੈ, ਸਾਰੇ ਹੀ ਆਪਣੇ ਭਾਈ ਹਨ, ਕਿਉਂਕਿ ਅਦਵੈਤ ਮਤ ਹੈ ਸਤਿਗੁਰਾਂ ਦਾ। ਇਹ ਜੋ ਗੁਰ ਕੇ ਸਿੱਖ ਮੇਰੇ ਭਾਈ, ਸਿੱਖਾਂ ਨੂੰ ਵੀ ਸਤਿਗੁਰਾਂ ਨੇ ਆਪਣੇ ਭਰਾ ਬਣਾਇਆ, ਤੇ ਹਜੂਰ ਸਾਰੇ ਸ੍ਰਿਸ਼ਟੀ ਦੇ ਜੀਆਂ ਨੂੰ ਭਾਈ ਕਹਿ ਕੇ ਸੰਬੋਧਨ ਹੋ ਰਹੇ ਨੇ। ਮੇਰੇ ਭਾਈ ਜਨਾ, ਰੱਬ ਦੇ ਜਨ ਭਗਤੋ ਸੰਤੋ, ਤੁਹਾਡੇ ਚੋਂ ਕੋਈ ਵੀ ਹੋਵੇ, ਮੋਹ ਹਰ ਪ੍ਰਭ ਮੇਲ ਮਿਲਾਏ। ਕੋਈ ਮੇਰੇ ਤਾਈਂ ਹਰ ਪ੍ਰਭੂ, ਹਰੀ ਜੋ ਦੁੱਖਾਂ ਦਾ ਹਾਰਕ ਹੈ, ਪ੍ਰਭੂ ਰੱਖਿਅਕ ਹੈ, ਸਰਵ ਸ਼ਕਤੀਮਾਨ ਮਾਲਕ ਹੈ, ਕੋਈ ਉਸ ਪਰਮਾਤਮਾ ਦੇ ਮੇਲ ਵਿੱਚ ਮਿਲਾ ਦੇ, ਜਿਹੜਾ ਆਪ ਮਿਲਿਆ ਹੋਇਆ ਹੋਵੇ ਤੇ ਮੈਨੂੰ ਵੀ ਮਿਲਾ ਦੇਵੇ, ਐਸਾ ਕੋ ਲੱਭ ਜਾਏ। ਹਉ ਸਤਿਗੁਰ ਵਿਟਹੁ ਵਾਰਿਆ, ਜਨ ਹਰ ਪ੍ਰਭ ਦੀਆ ਦਿਖਾਏ। ਤਾਂ ਫਿਰ ਇਸ ਤਰ੍ਹਾਂ ਖੋਜਦਿਆਂ ਖੋਜਦਿਆਂ ਪਤਾ ਲੱਗਾ, ਜਿਨ੍ਹਾਂ ਨੂੰ ਮਿਲਿਆ ਸੀ ਉਹਨਾਂ ਦੱਸਿਆ ਕਿ ਭਾਈ ਦਾਤ ਤਾਂ ਸਤਿਗੁਰੂ ਦੇ ਚਰਨਾਂ 'ਚੋਂ ਮਿਲਦੀ। ਤੇ ਇਸ ਪ੍ਰਕਾਰ ਪਤਾ ਲੱਗਣ ਤੋਂ ਹੁਣ ਫਿਰ ਸੱਚੇ ਗੁਰਾਂ ਤੋਂ ਵਿਟੋਂ ਉੱਪਰੋਂ ਮੈਂ ਵਾਰਿਆ ਗਿਆ, ਮੈਂ ਆਪਣਾ ਆਪ ਘੁਮਾ ਦਿੱਤਾ, ਕੁਰਬਾਨ ਕਰ ਦਿੱਤਾ, ਸਦਕੇ ਕਰ ਦਿੱਤਾ। ਜਿਨ ਹਰ ਪ੍ਰਭ ਦੀਆ ਦਿਖਾਏ, ਜਿਨ੍ਹਾਂ ਸਤਿਗੁਰਾਂ ਨੇ ਹਰੀ ਪ੍ਰਭੂ ਪਰਮਾਤਮਾ ਦਾ ਦਰਸ਼ਨ ਕਰਾ ਦਿੱਤਾ, ਆਪਣੇ ਅਸਲ ਰੂਪ ਦਾ ਦੀਦਾਰ ਕਰਾ ਦਿੱਤਾ, ਵਿਰਾਟ ਰੂਪ ਦਿਖਾ ਦਿੱਤਾ ਆਪਣਾ। ਸਤਿਗੁਰੂ ਤੇ ਪ੍ਰਭੂ ਪਰਮਾਤਮਾ ਦੋਵੇਂ ਇੱਕੋ ਰੂਪ ਹਨ। ਸਤਿਗੁਰੂ ਜੀ ਸਰੀਰ ਧਾਰੀ ਹੋਣ ਕਰਕੇ ਦਰਸ਼ਨ ਦਿੱਤੇ ਆ ਦਸਾਂ ਜਾਮਿਆਂ 'ਚ, ਤੇ ਹੁਣ ਵੀ ਬ੍ਰਹਮ ਦੀ ਜੋਤ ਵਿੱਚ ਲੀਨ ਹਨ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮੈਂ ਰਹਿ ਸਮਾਏ। ਹੁਣ ਬਾਣੀ ਰੂਪ 'ਚ ਵੀ ਵਾਹਿਗੁਰੂ ਸਤਿਗੁਰੂ ਬਾਣੀ ਇੱਕੋ ਰੂਪ ਹਨ, ਸੱਚੇ ਪਾਤਸ਼ਾਹ। ਰਹਾਉ ਹੋਏ ਨਿਮਾਣੀ ਢਹਿ ਪਵਾਂ, ਪੂਰੇ ਸਤਿਗੁਰ ਪਾਸ। ਤਾਂ ਹੁਣ ਸਮਝ ਆਈ ਕਿ ਨਿਮਾਣੇ ਹੋ ਕੇ ਗੱਲ ਬਣਦੀ ਹੈ। ਇਹ ਅਗਰ ਮੈਂ ਨਿਮਾਣੀ ਹੋ ਕੇ ਮਾਣ ਤੋਂ ਰਹਿਤ ਹੋ ਕੇ, ਨਾ ਤਨ ਦਾ ਮਾਣ, ਨਾ ਧਨ ਦਾ ਮਾਣ, ਨਾ ਸਰੀਰ ਮਨ ਦਾ ਮਾਣ, ਮਨ ਵਿੱਚੋਂ ਮਾਣ ਛੱਡਦੀ ਏ, ਸਰੀਰ ਦਾ ਤਾਣ ਨਤਾਣੇ ਹੋ ਜਾਈਏ, ਤੇ ਢਹਿ ਕੇ ਡਿੱਗ ਕੇ ਪੈ ਜਾਈਏ ਚਰਨਾਂ ਤੇ। ਪੂਰੇ ਸਤਿਗੁਰ ਪਾਸ, ਪੂਰੇ ਸਤਿਗੁਰਾਂ ਦੇ ਪਾਸ ਢਹਿ ਪਈਏ, ਡਿੱਗ ਪਈਏ ਚਰਨਾਂ ਦੇ ਕੋਲ। ਨਿਮਾਣਿਆ ਗੁਰ ਮਾਣ ਹੈ, ਗੁਰ ਸਤਿਗੁਰ ਕਰੇ ਸਾਬਾਸ। ਜੇ ਕਹੀਏ ਵੀ ਨਿਮਾਣੇ ਹੋ ਗਏ ਢਹਿਣ ਦੇ ਨਾਲ ਵੀ ਖਬਰੇ ਗੱਲ ਬਣੇ ਕਿ ਨਾ, ਤਾਂ ਸਤਿਗੁਰੂ ਜੀ ਇਹ ਸ਼ੰਕਾ ਦੀ ਨਿਵਰਤੀ ਕਰ ਰਹੇ ਨੇ ਕਿ ਗੁਰੂ ਮਹਾਰਾਜ ਨਿਮਾਣਿਆਂ ਦੇ ਮਾਣ ਰੂਪ ਨੇ। ਹਰ ਜੀਓ ਨਿਮਾਣਿਆ ਤੂੰ ਮਾਣ, ਨਿਚੀਜੀਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ। ਸੋ ਇਸ ਪ੍ਰਕਾਰ
ਸਤਿਗੁਰੂ ਜੀ ਐਸੇ ਨੇ ਵੀ ਨਿਮਾਣਿਆਂ ਨੂੰ ਗਲ ਨਾਲ ਨਾ ਲਾਉਣ, ਨਹੀਂ, ਨਿਮਾਣਿਆਂ ਦੇ ਮਾਣ ਰੂਪ ਸਤਿਗੁਰੂ ਜੀ ਹਨ। ਗੁਰ ਸਤਿਗੁਰ ਕਰੇ ਸਵਾਸ, ਗੁਰ ਪੂਜਨੀਕ ਸੱਚੇ ਸਤਿਗੁਰੂ ਜੀ ਸ਼ਾਬਾਸ਼ ਕਰਦੇ ਦਾ ਮਤਲਬ ਦਿਲਾਸਾ ਦਿੰਦੇ ਹਨ, ਧੀਰਜ ਬਖਸ਼ਦੇ ਹਨ। ਉਹਨਾਂ ਤੋਂ ਧੀਰਜ ਅਪ੍ਰਾਪਤ ਹੋ ਜਾਂਦਾ, ਵਿਸ਼ਵਾਸ ਬਣਾ ਦਿੰਦੇ ਕਿ ਵਾਹਿਗੁਰੂ ਨਾਲ ਮਿਲਾਪ ਹੋਵੇਗਾ। ਹਉ ਗੁਰ ਸਲਾਹੇ ਨ ਰੱਜਾਊ, ਮੈਂ ਮੇਲੇ ਹਰ ਪ੍ਰਭ ਪਾਸ, ਮੈਂ ਆਪਣੇ ਸਤਿਗੁਰੂ ਦੀ ਸਲਾਹੁਤਾ ਕਰਦਿਆਂ ਰੱਜਦਾ ਹੀ ਨਹੀਂ ਹਾਂ। ਐਸੀ ਬਖਸ਼ਿਸ਼ ਕਰੋ ਕਿ ਗੁਰਾਂ ਦੀ ਸਲਾਹੁਤਾ ਕਰਦਿਆਂ, ਸਿਫਤਾਂ ਕਰਦਿਆਂ, ਵਡਿਆਈਆਂ ਕਰਦਿਆਂ ਮੈਂ ਰੱਜਾਂ ਹੀ ਨਾ। ਮੈਂ ਮੇਲੇ ਹਰ ਪ੍ਰਭ ਪਾਸ, ਜਿਹੜੇ ਸਤਿਗੁਰੂ ਜੀ ਮੈਨੂੰ, ਪ੍ਰਭੂ ਜਿਹੜਾ ਪਾਸ ਹੀ ਵਸਦਾ ਸੀ ਪਰ ਮਿਲਾਪ ਨਹੀਂ ਸੀ, ਐਸੇ ਵਾਹਿਗੁਰੂ ਦੇ ਨਾਲ ਜੋ ਮੇਲਣ ਵਾਲੇ ਹਨ ਸੱਚੇ ਪਾਤਸ਼ਾਹ, ਐਸੇ ਸਤਿਗੁਰੂ ਨੂੰ ਸਲਾਹੁੰਦਿਆਂ ਰਜੀਏ ਨਾ। ਸਤਿਗੁਰ ਨੂੰ ਸਭ ਕੋ ਲੋਚਦਾ, ਸਤਿਗੁਰੂ ਦੇ ਤਾਈਂ ਸਾਰੇ ਕੋਈ ਜਿੰਨੇ ਵੀ ਜੀਵ ਪ੍ਰਮਾਤਮਾ ਨੇ ਪੈਦਾ ਕੀਤੇ ਲੋਚਦੇ, ਇੱਛਾ ਕਰਦੇ ਹਨ। ਬਹੁਤ ਲੋਕ ਸੰਸਾਰ ਦੇ ਲੋਚਦੇ ਹਨ ਕਿ ਸਤਿਗੁਰੂ ਮਹਾਰਾਜ ਸਾਡੇ ਤੇ ਮਿਹਰ ਕਰਨ, ਸਾਡੇ ਤੇ ਮਿਹਰ ਕਰਨ। ਜੇਤਾ ਜਗਤ ਸਭ ਕੋਈ, ਜਿੰਨਾ ਵੀ ਜਗਤ ਵਾਹਿਗੁਰੂ ਨੇ ਪੈਦਾ ਕੀਤਾ ਇਹਦੇ ਵਿੱਚੋਂ ਸਭ ਕੋਈ ਇਹ ਇੱਛਾ ਕਰਦਾ ਹੈ ਕਿ ਸਤਿਗੁਰੂ ਜੀ ਬਖਸ਼ਿਸ਼ ਕਰਨ। ਪਰ ਬਿਨ ਭਾਗਾਂ ਦਰਸ਼ਨ ਨਾ ਥੀਐ, ਭਾਗਹੀਣ ਬਹਿ ਰੋਏ। ਸਤਿਗੁਰੂ ਮਹਾਰਾਜ ਦਾ ਦਰਸ਼ਨ ਵੀ ਬਿਨਾਂ ਭਾਗਾਂ ਤੋਂ ਨਾ ਥੀਐ, ਨਹੀਂ ਹੁੰਦਾ ਹੈ। ਜੋ ਭਾਗਾਂ ਤੋਂ ਹੀਣੇ ਲੋਕ ਨੇ, ਜਿਨ੍ਹਾਂ ਨੇ ਪੂਰਬਲੇ ਚੰਗੇ ਕਰਮ ਨਹੀਂ ਕਮਾਏ ਹੋਏ, ਉਹਨਾਂ ਦੇ ਭਾਗ ਸਵੱਲੇ ਨਹੀਂ ਹਨ। ਐਸੇ ਭਾਗਾਂ ਤੋਂ ਹੀਣੇ ਲੋਕ ਬਹਿ ਬਹਿ ਕੇ ਰੋਂਦੇ ਹਨ। ਜਿਹੜਾ ਭਾਗ ਤੋਂ ਹੀਣਾ ਮਨੁੱਖ ਹੈ ਬਹਿ ਕੇ ਰੋਂਦਾ ਹੈ। ਜੋ ਹਰ ਪ੍ਰਭ ਭਾਣਾ ਸੋ ਥੀਆ, ਇੱਥੇ ਵੀ ਕਿਸੇ ਦੇ ਵੱਸ ਦੀ ਬਾਤ ਨਹੀਂ। ਹਜ਼ੂਰ ਕਹਿੰਦੇ ਜੋ ਹਰੀ ਪ੍ਰਭੂ ਦਾ ਭਾਣਾ ਹੈ, ਰਜਾ ਹੈ, ਹੁਕਮ ਹੈ, ਸੋ ਥੀਆ, ਉਹੀ ਹੋਇਆ ਹੈ। ਧੁਰ ਲਿਖਿਆ ਨ ਮੇਟੈ ਕੋਏ, ਧੁਰੋਂ ਹੀ, ਮੁੱਢ ਤੋਂ ਹੀ, ਪਰਮੇਸ਼ਰ ਦੇ ਦਰ ਤੋਂ ਹੀ ਜੋ ਉਹਨਾਂ ਦੇ ਭਾਗਾਂ 'ਚ ਲਿਖਿਆ ਹੋਇਆ, ਉਸ ਲਿਖੇ ਹੋਏ ਨੂੰ ਕੋਈ ਮੇਟ ਨਹੀਂ ਸਕਦਾ, ਕੋਈ ਨਹੀਂ ਮੇਟਦਾ। ਲੇਖ ਨਾ ਮਿਟਈ ਹੇ ਸਖੀ, ਜੋ ਲਿਖਿਆ ਕਰਤਾਰ। ਇੱਕ ਇਸ ਸੰਬੰਧ ਵਿੱਚ ਉਦਾਹਰਣ ਯਾਦ ਆਈ ਦਾਸ ਨੂੰ ਗੁਰ ਇਤਿਹਾਸ ਵਿੱਚੋਂ ਕਿ ਇੱਕ ਭਾਈ ਬੱਗਾ ਸਿੰਘ ਸੀ, ਕਲਗੀਧਰ ਪਾਤਸ਼ਾਹ ਦਾ ਸਿੱਖ, ਤੇ ਉਹ ਰੋਜ਼ ਆਪਣਾ ਖੂਹ ਚਲਾਉਂਦਾ ਸੀ ਖੇਤਾਂ ਨੂੰ ਪਾਣੀ ਲਾਉਣ ਲਈ। ਤੇ ਉਹਦੇ ਪਿੰਡ ਦਾ ਸੀ ਸਲਾਰਦੀਨ ਨਾਂ ਦਾ ਕਾਜੀ। ਇੱਕ ਦਿਨ ਉਹ ਬਾਹਰ ਗਿਆ ਕਿਰਿਆ ਲਈ, ਤੇ ਉਹਨੇ ਖੂਹ ਤੋਂ ਉਜੂ ਸਾਜਣਾ ਸੀ, ਪਾਣੀ ਨਾਲ 5 ਇਸ਼ਨਾਨਾਂ ਕਰਨਾ ਸੀ। ਭਾਈ ਬੱਗਾ ਸਿੰਘ ਜੀ ਖੂਹ ਦੀ ਗਾਦੀ ਤੇ ਬੈਠੇ ਬੜੇ ਰਹਾ ਨਾਲ ਸੁਖਮਨੀ ਸਾਹਿਬ ਦਾ ਪਾਠ ਉਚਾਰਦੇ ਸੀ। ਤਾਂ ਇਹਨੂੰ ਕੋਈ ਸਵਾਦ ਜਿਹਾ ਆਇਆ ਸਲਾਰਦੀਨ ਕਾਜੀ ਨੂੰ, ਰੁੱਖਾਂ ਦੀ ਝੰਗੀ ਵਿੱਚ ਇਹ ਖਲੋ ਗਿਆ ਤੇ ਰੋਜ਼ ਹੀ ਗੁਪਤ ਖਲੋ ਕੇ ਸੁਣਿਆ ਕਰੇ। ਤਾਂ ਇੱਕ ਦਿਨ ਫਿਰ ਭਾਈ ਬੱਗਾ ਸਿੰਘ ਨੂੰ ਬੇਨਤੀ ਕੀਤੀ ਵੀ ਜਿਸ ਗੁਰੂ ਦਾ ਕਲਾਮ ਤੈਂ ਪੜ੍ਹਦਾ ਇਹ ਸਿੱਖਾ, ਮੈਨੂੰ ਉਸ ਗੁਰੂ ਦੇ ਨਾਲ ਮਿਲਾ। ਤਾਂ ਕਿਹਾ ਵੀ ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ, ਤੇ ਉਹਨਾਂ ਦੀ ਜਿਹੜੀ ਗੁਰਿਆਈ ਗੱਦੀ ਹੈ ਉਸ ਉੱਪਰ ਹੁਣ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ, ਤੇ ਉਹਨਾਂ ਕੋਲ ਤੈਨੂੰ ਲੈ ਚੱਲਦਾ। ਔਰ ਉਹ ਲੈ ਕੇ ਆਇਆ ਸੀ ਸਲਾਰਦੀਨ ਨੂੰ। ਜਦੋਂ ਗੁਰੂ ਕੇ ਦਰਬਾਰ 'ਚ ਪਹੁੰਚੇ ਤਾਂ ਇਹ ਜਿਹੜਾ ਸਲਾਰਦੀਨ ਸੀ ਇੱਕ ਪਾਸੇ ਖਲੋ ਗਿਆ। ਇਹ ਸਾਰੀ ਕਿਰਿਆ ਗੁਰੂ ਘਰ ਦੀ ਵੇਖਣ ਲੱਗਾ। ਸਿੱਖ ਸੰਗਤਾਂ ਆਉਂਦੀਆਂ, ਨਤਮਸਤਕ ਹੁੰਦੀਆਂ ਸੀ, ਅਰਦਾਸੇ ਹੁੰਦੇ ਸਨ। ਤਾਂ ਕਈ ਸਿੱਖਾਂ ਦੇ ਮਹਾਰਾਜ ਖੁਸ਼ੀ ਪ੍ਰਸੰਨਤਾ 'ਚ ਆ ਕੇ ਬੜੀਆਂ ਬਖਸ਼ਿਸ਼ਾਂ ਕਰਦੇ ਸੀ। ਤਾਂ ਇਹ ਕੁਝ ਸੋਚੀ ਪਿਆ ਹੋਇਆ ਖੜਾ ਰਿਹਾ। ਤਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਸੰਗਤ ਵਿਦਾ ਹੋ ਗਈ ਲੰਗਰ ਵੱਲ ਨੂੰ, ਤਾਂ ਇਹਨੂੰ ਸੱਦ ਲਿਆ ਕਿ ਆ ਜਾਓ ਕਾਜੀ ਸਾਹਿਬ। ਇਹ ਕੁਛ ਸਮਝਿਆ ਵੀ ਮਹਾਰਾਜ ਅੰਤਰਜਾਮੀ ਹੈ, ਮੈਨੂੰ ਜਾਣਗੇ, ਮੈਂ ਕਾਜੀ ਹਾਂ। ਫਿਰ ਗਿਆ ਤੇ ਕਹਿਣ ਲੱਗਾ ਜੀ ਆਇਆ ਸੀ ਤੁਹਾਡੇ ਦਰ 'ਤੇ ਬਖਸ਼ਿਸ਼ ਹਾਸਲ ਕਰਨ ਲਈ, ਪਰ ਕੋਈ ਸ਼ੰਕਾ ਮਨ 'ਚ ਪੈਦਾ ਹੋਈ, ਕਿਤੇ ਦੱਸੋ। ਕਹਿਣ ਲੱਗਾ ਜੀ ਸਾਡੇ ਕੁਰਾਨ ਸ਼ਰੀਫ ਜਿਹੜਾ ਧਾਰਮਿਕ ਗ੍ਰੰਥ ਆ ਉਹਦੇ 'ਚ ਵੀ ਲਿਖਿਆ ਹੋਇਆ ਵੀ ਜੋ ਭਾਗਾਂ 'ਚ ਲਿਖਿਆ ਉਹੀ ਮਿਲੇਗਾ, ਜੋ ਕਰਮ ਕਮਾਏ ਨੇ ਉਹਨਾਂ ਦਾ ਫਲ ਹੀ ਜੀਵ ਨੂੰ ਮਿਲਣਾ ਹੈ, ਇਹਨੂੰ ਵੱਧ ਕੇ ਕੁਛ ਨਹੀਂ, ਪ੍ਰਾਰਬਧ ਮੁਤਾਬਕ ਹੀ ਮਿਲਦਾ। ਤੇ ਮੈਂ ਸੁਣਿਆ ਕਿ ਤੁਹਾਡੀ ਬਾਣੀ ਵਿੱਚ ਵੀ ਲਿਖਿਆ ਬਚਨ ਲੇਖ ਨਾ ਮਿਟੇ ਹੇ ਸਖੀ, ਜੋ ਲਿਖਿਆ ਕਰਤਾਰ। ਤੇ ਫਿਰ ਮਹਾਰਾਜ ਤੁਹਾਡੇ ਕੋਲ ਸਿੱਖ ਸੰਗਤਾਂ ਵੱਲੋਂ ਆ ਕੇ ਅਰਦਾਸਾਂ ਕਰਨੀਆਂ, ਬੇਨਤੀਆਂ, ਤੁਹਾਡਾ ਬਖਸ਼ਿਸ਼ ਦੇ ਘਰ 'ਚ ਆ ਕੇ ਵਰਦਾਨ ਦੇਣਾ ਕਿ ਸਿੱਖਾ ਇਹ ਦਾਤ ਮਿਲ ਜਾਏਗੀ। ਕਿ ਇਹ ਫਿਰ ਝੂਠਾ ਸਾਰਾ ਕੁਛ ਕਿ ਉਹ ਜੋ ਲਿਖਿਆ ਹੋਇਆ ਉਹ ਝੂਠ ਹੈ? ਇਹ ਦੋਵਾਂ ਗੱਲਾਂ ਦੀ ਆਪਸ ਵਿੱਚ ਵਿਰੋਧਤਾ। ਹਜ਼ੂਰ ਕਹਿਣ ਲੱਗੇ ਜੋ ਕੁਝ ਲਿਖਿਆ ਹੈ ਉਹ ਵੀ ਸੱਚ ਹੈ, ਤੇ ਇਹ ਜੋ ਸਿੱਖ ਸੰਗਤਾਂ ਆ ਰਹੀਆਂ ਹਨ ਇਹ ਵੀ ਸੱਚ ਹੈ, ਜੋ ਇਹਨਾਂ ਨੂੰ ਮਿਲ ਰਿਹਾ ਵੀ ਸੱਚ ਹੈ। ਕਹਿਣ ਲੱਗਾ ਜੀ ਇਹ ਕਿਵੇਂ? ਤਾਂ ਹਜ਼ੂਰ ਦੇ ਪਾਸ ਮੋਹਰ ਪਈ ਸੀ, ਉਹ ਮੋਹਰ ਕਾਜੀ ਵੱਲ ਨੂੰ ਕੀਤੀ ਵੀ ਇਹ ਫਾਰਸੀ ਤੁਸੀਂ ਪੜ੍ਹਨਾ ਜਾਣਦੇ ਹੋ, ਲਿਖਿਆ ਹੋਇਆ ਫਾਰਸੀ 'ਚ ਅੱਖਰ ਕੁਛ ਪੜ੍ਹੋ।
ਕਹਿਣ ਲੱਗਾ ਜੀ ਇਹ ਮੋਹਰ ਦੇ ਅੱਖਰ ਪੁੱਠੇ ਹਨ। ਹਜੂਰ ਨੇ ਫਿਰ ਸਿਆਹੀ ਮੰਗਾ ਕੇ ਤੇ ਮੋਹਰ ਸਿਆਹੀ ਨਾਲ ਲਬੇੜ ਕੇ ਕਾਗਜ਼ ਤੇ ਲਾਈ। ਕਹਿੰਦੇ ਹੁਣ ਪੜ੍ਹੋ। ਉਹਨੇ ਪੜ੍ਹ ਦਿੱਤਾ ਕਿ ਦੇਗੋ ਤੇਗੋ ਫਤਿਹ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਇਹ ਕਲਗੀਧਰ ਦੀ ਮੋਹਰ ਦੇ ਅੱਖਰ ਸੀ। ਕਹਿੰਦੇ ਪਹਿਲਾਂ ਕਿਉਂ ਨਾ ਪੜ੍ਹੇ ਗਏ? ਕਹਿੰਦਾ ਜੀ ਅੱਖਰ ਪੁੱਠੇ ਸਨ, ਹੁਣ ਕਿਉਂ ਪੜ੍ਹੇ ਗਏ? ਅੱਖਰ ਸਿੱਧੇ ਹੋ ਗਏ। ਤਾਂ ਸਤਿਗੁਰੂ ਜੀ ਨੇ ਕਿਹਾ ਕਿ ਅਸੀਂ ਕਰਮਾਂ ਦੇ ਬੱਧਿਆਂ ਜਾਂ ਆਪਣੀ ਇੱਛਾ ਅਨੁਸਾਰ ਇਸ ਦੁਨੀਆ 'ਤੇ ਨਹੀਂ ਆਏ। ਅਸੀਂ ਅਕਾਲ ਪੁਰਖ ਦਾ ਹੁਕਮ ਮੰਨ ਕੇ ਆਏ ਹਾਂ। ਤੇ ਇਹ ਜੋ ਲੋਕ ਆ ਕੇ ਇੱਥੇ ਫਰਿਆਦਾਂ ਕਰਦੇ ਨੇ, ਇਹ ਨਮਸਕਾਰ ਉਸ ਅਕਾਲ ਪੁਰਖ ਨੂੰ ਹੁੰਦੀ ਹੈ ਤੇ ਉਹਦਾ ਹੁਕਮ ਹੁੰਦਾ ਤੇ ਫਿਰ ਹੀ ਸਾਡੇ ਮੁਖ ਤੋਂ ਕੋਈ ਵਚਨ ਨਿਕਲਦਾ। ਜੈਸੀ ਜੈਸੀ ਇਹਨਾਂ ਦੀ ਭਾਵਨਾ ਵੈਸਾ ਵੈਸਾ ਫਲ ਮਿਲੇਗਾ। ਜੋ ਪਿਛਲੇ ਜਨਮਾਂ ਦੇ ਕਰਮਾਂ ਮੁਤਾਬਕ ਲਿਖਿਆ ਹੋਇਆ ਉਹ ਲਿਖਿਆ ਹੋਇਆ, ਪਰ ਕਰਮ ਬਦਲਦੇ ਵੀ ਨੇ। ਸਤਿਗੁਰੂ ਦੀ ਸ਼ਰਨ 'ਚ ਆਉਣ ਨਾਲ ਅਕਾਲ ਪੁਰਖ ਬਖਸ਼ਿਸ਼ ਦੇ ਘਰ 'ਚ ਆਉਂਦਾ। ਜਦੋਂ ਇਹ ਬੇਨਤੀਆਂ ਕਰਦੇ ਨੇ, ਜਿਹੜਾ ਕਰਮ ਲਿਖਣ ਵਾਲਾ ਉਹ ਤਾਂ ਬਦਲ ਸਕਦਾ ਨਾ। ਜਿਸ ਦੀ ਕਲਮ ਨੇ, ਅਗੰਮੀ ਕਲਮ ਨੇ ਮਸਤਕ ਤੇ ਲੇਖ ਲਿਖੇ ਹਨ, ਉਹ ਕਲਮ ਦਾ ਮਾਲਕ ਤਾਂ ਬਦਲ ਹੀ ਸਕਦਾ ਨਾ। ਕਹਿਣ ਲੱਗਾ ਜੀ ਹਾਂ ਸਮਝ ਆ ਗਈ। ਇਸ ਪ੍ਰਕਾਰ ਕੁਛ ਪਿਛਲੇ ਕਰਮ ਕੀਤੇ ਹੋਏ ਨੇ ਤੇ ਜੇ ਹੁਣ ਕੋਈ ਸਬੱਬ ਐਸਾ ਬਣ ਜੇ ਸਤਿਗੁਰੂ ਦੀ ਸ਼ਰਨ 'ਚ ਆਉਣ ਦਾ ਤੇ ਕਰਮ ਪੁੱਠੇ ਜਿਹੜੇ ਹਨ ਸਿੱਧੇ ਵੀ ਹੋ ਜਾਂਦੇ ਨੇ। ਸੋ ਇਸ ਪ੍ਰਕਾਰ ਹਜੂਰ ਕਹਿੰਦੇ ਨੇ ਕਿ ਬਿਨਾਂ ਭਾਗਾਂ ਤੋਂ ਦਰਸ਼ਨ ਨਹੀਂ ਹੁੰਦਾ। ਭਾਗਹੀਣ ਜੋ ਲੋਕ ਨੇ ਉਹ ਬਹਿ ਕੇ ਰੋਂਦੇ ਨੇ। ਜੋ ਹਰੀ ਪ੍ਰਭੂ ਦਾ ਭਾਣਾ ਹੋਇਆ ਉਹ ਹੀ ਧੁਰ ਲਿਖਿਆ ਨਾ ਮੇਟਾ ਕੋਈ। ਧੁਰੋਂ ਲਿਖੇ ਹੋਏ ਲੇਖ ਨੂੰ ਕੋਈ ਮਨੁੱਖ ਨਹੀਂ ਮੇਟ ਸਕਦਾ। ਆਪੇ ਸਤਿਗੁਰ ਆਪ ਹੀ ਸਤਿਗੁਰੂ ਹਨ, ਆਪ ਹੀ ਹਰੀ ਪ੍ਰਮਾਤਮਾ ਹੈ। ਜੋ ਵਾਹਿਗੁਰੂ ਹੈ ਉਹੀ ਸਤਿਗੁਰੂ ਹੈ, ਜੋ ਸਤਿਗੁਰੂ ਹੈ ਉਹ ਹਰੀ ਹੈ। ਆਪੇ ਮੇਲ ਮਿਲਾਏ। ਆਪ ਹੀ ਹਰੀ ਪ੍ਰਮਾਤਮਾ ਬਖਸ਼ਿਸ਼ ਦੇ ਘਰ 'ਚ ਆ ਕੇ ਸਤਿਗੁਰੂ ਨਾਲ ਮਿਲਾਉਂਦਾ ਤੇ ਸਤਿਗੁਰੂ ਦੀ ਬਖਸ਼ਿਸ਼ ਪ੍ਰਸੰਨਤਾ ਨਾਲ ਹਰੀ ਦਾ ਗਿਆਨ ਹੁੰਦਾ। ਫਿਰ ਜੀਵ ਹਰੀ ਦੇ ਨਾਲ ਮਿਲਦਾ ਹੈ। ਜਰੀਆ ਤਰੀਕਾ ਰਸਤਾ ਇਹੀ ਹੈ, ਪਹਿਲਾਂ ਸਤਿਗੁਰੂ ਦਾ ਮਿਲਾਪ ਤੇ ਸਤਿਗੁਰੂ ਦੀ ਬਖਸ਼ਿਸ਼ ਨਾਲ ਹਰੀ ਦਾ ਮਿਲਾਪ। ਆਪ ਦਇਆ ਕਰ ਮੇਲ ਸੀ ਗੁਰ ਸਤਿਗੁਰ ਪੀਛੈ ਪਾਏ। ਆਪ ਹੀ ਵਾਹਿਗੁਰੂ ਦਇਆ ਦੇ ਘਰ ਵਿੱਚ ਆ ਕੇ ਆਪਣੀ ਦਇਆ ਕਰਕੇ ਮੇਲ ਸੀ ਮੇਲ ਲਵੇਗਾ। ਗੁਰ ਪੂਜਨੀਕ ਸੱਚੇ ਗੁਰਾਂ ਦੇ ਪਿੱਛੇ ਪਾ ਗਏ। ਭਾਵ ਉਹਨਾਂ ਦੇ ਚਰਨੀ ਲਾ ਕੇ ਉਹਨਾਂ ਦੁਆਰਾ ਆਪ ਦਇਆ ਕਰ ਮੇਲ ਸੀ ਵਾਹਿਗੁਰੂ ਮੇਲ ਲਵੇਗਾ। ਸਭ ਜਗ ਜੀਵਨ ਜਗ ਆਪ ਹੈ, ਨਾਨਕ ਜਲ ਜਲ ਹੈ ਸਮਾਏ। ਸਤਿਗੁਰੂ ਕਹਿੰਦੇ ਨੇ ਕਿ ਇਸ ਜਗ, ਗੱਗੇ ਨੂੰ ਸਿਹਾਰੀ ਹੈ, ਇਹ ਜਿਹੜਾ ਜਗ ਜਗਤ ਆ ਨਾ ਸੰਸਾਰ, ਇਸ ਸੰਸਾਰ ਦੇ ਵਿੱਚ ਜਿੰਨੇ ਵੀ ਜਗਤ ਦੇ ਜੀਵ ਹਨ ਉਹਨਾਂ ਸਾਰਿਆਂ ਦਾ ਜੀਵਨ ਰੂਪ, ਜਗਤ ਨੂੰ ਜੀਵਨ ਦੇਣ ਵਾਲਾ ਇਸ ਜਗ ਸੰਸਾਰ ਵਿੱਚ ਪ੍ਰਭੂ ਪ੍ਰਮਾਤਮਾ ਆਪ ਹੀ ਹੈ। ਨਾਨਕ ਜਲ ਜਲ ਹੈ ਸਮਾਏ। ਜਿਹੜੇ ਜੀਵ ਪ੍ਰਮਾਤਮਾ ਦੇ ਚਰਨਾਂ ਨਾਲ ਜੁੜਦੇ ਨੇ ਉਹ ਇੰਜ ਪ੍ਰਮਾਤਮਾ ਵਿੱਚ ਸਮਾ ਜਾਂਦੇ ਹਨ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਜਿਸ ਤਰ੍ਹਾਂ ਜਲ ਜਲ ਦੇ ਵਿੱਚ ਸਮਾ ਜਾਂਦਾ ਹੈ, ਨਾਨਕ ਜਲ ਜਲ ਹੈ ਸਮਾਏ। ਉਹਨਾਂ ਦੀ ਜੋਤ ਪਰਮ ਤੱਤ ਵਿੱਚ, ਉਹਨਾਂ ਦੀ ਆਤਮ ਤੱਤ ਪਰਮ ਤੱਤ ਪਰਮਾਤਮਾ ਵਿੱਚ ਸਮਾ ਜਾਂਦਾ ਹੈ, ਲੀਨ ਹੋ ਜਾਂਦਾ ਹੈ। ਸ੍ਰੀ ਰਾਗ ਮਹੱਲਾ ਚੌਥਾ, ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਅਗਲਾ ਸ਼ਬਦ ਉਚਾਰਦੇ ਹਨ। ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਇਤ ਬਿਦ ਮਿਲੈ ਰਸ ਖਾਏ। ਸੰਸਾਰ ਦੇ ਵਿੱਚ ਵੀ ਬੜੇ ਰਸ ਨੇ। ਮਿੱਠਾ ਹੈ, ਖੱਟਾ ਹੈ, ਕੌੜਾ ਹੈ, ਚਟਪਟਾ ਹੈ, ਕਸੈਲਾ ਹੈ, ਸਲੂਣਾ ਹੈ, ਇਤਿਆਦਿਕ ਰਸ ਨੇ। ਇਸੇ ਪ੍ਰਕਾਰ ਸੋਨਾ ਚਾਂਦੀ ਦਾ ਰਸ ਹੈ, ਵਿਕਾਰਾਂ ਦੇ ਰਸ ਨੇ, ਭੋਗਾਂ ਵਿਕਾਰਾਂ ਦੇ ਇਹ ਬੇਅੰਤ ਰਸ ਦੁਨੀਆ ਵਿੱਚ ਹਨ। ਪਰ ਜਿਵੇਂ ਫਰੀਦ ਨੇ ਕਿਹਾ, ਫਿਰਿਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰਬ ਨਾ ਪੁੱਜਣ ਤੁਧ। ਜਾਂ ਸਤਿਗੁਰਾਂ ਨੇ ਕਿਹਾ ਹੈ, ਰਸ ਸੋਏ ਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਉਹਨਾਂ ਰਸਾਂ ਜੋ ਗੁਲਤਾਨ ਹੈ ਉਹ ਵਾਹਿਗੁਰੂ ਦੇ ਨਾਮ ਦਾ ਰਸ ਨਹੀਂ ਲੈ ਸਕਦਾ। ਰਾਰਾ ਰਸ ਨਿਰਸ ਕਰ ਜਾਣਿਆ ਹੋਏ, ਨਰਸ ਸੋ ਰਸ ਪਹਿਚਾਨਿਆ। ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਇਹ ਦੁਨਿਆਵੀ ਰਸਾਂ ਵੱਲੋਂ ਮੂੰਹ ਮੋੜਨਾ ਪਏਗਾ। ਹਜ਼ੂਰ ਕਹਿੰਦੇ ਰਸ ਹੈਨ ਹੋਰ, ਪਰ ਸਾਰਿਆਂ ਰਸਾਂ ਤੋਂ ਵੱਡਾ ਰਸ ਅੰਮ੍ਰਿਤ ਨਾਮ ਦਾ ਰਸ ਹੈ। ਅਤਿਅੰਤ ਹੀ ਭਲਾ, ਅੱਛਾ, ਚੰਗਾ, ਮਹਾਨ ਹੈ। ਆਤਮਿਕ ਮੌਤ ਤੋਂ ਬਿਨਾਂ ਕਰਨ ਵਾਲਾ ਜਿਹੜਾ ਵਾਹਿਗੁਰੂ ਦਾ ਨਾਮ ਹੈ, ਉਸ ਨਾਮ ਦਾ ਰਸ ਇਹ ਐਸਾ ਰਸ ਹੈ
ਕਿ ਜਿਹਨੂੰ ਆ ਗਿਆ ਫਿਰ ਹੋਰਨਾਂ ਰਸਾਂ 'ਚ ਗੁਲਤਾਨ ਨਹੀਂ ਹੋਏਗਾ, ਪਰ ਪਹਿਲਾਂ ਇਸ ਰਸ ਨੂੰ ਪ੍ਰਾਪਤ ਕਰਨ ਲਈ ਸਮਾਂ ਲੱਗਦਾ। ਜਿਵੇਂ ਭਾਈ ਵੀਰ ਸਿੰਘ ਨੇ ਲਿਖਿਆ ਹੈ ਕਿ ਵਾਹਿਗੁਰੂ ਦੇ ਨਾਮ ਨੂੰ ਪਹਿਲਾਂ ਪਹਿਲ ਜਪਣਾ, ਆਰਾਧਨਾ, ਸਿਮਰਨਾ ਇੰਨਾ ਕਠਿਨ ਹੈ ਜਿਵੇਂ ਪੱਥਰ ਨੂੰ ਚੱਕ ਮਾਰਨਾ। ਹੁਣ ਪੱਥਰ ਵਿੱਚੋਂ ਰਸ ਕੋਈ ਨਹੀਂ ਆਉਂਦਾ ਤੇ ਉਹਨੂੰ ਕੌਣ ਚੱਟੇਗਾ? ਪੱਥਰ ਨੂੰ ਚੱਟੇਗਾ ਕੌਣ? ਕਿਉਂਕਿ ਰਸ ਨਹੀਂ ਉੱਥੋਂ ਆਉਂਦਾ। ਪਰ ਦੁਨਿਆਵੀ ਕਿਤਾਬਾਂ ਸਕੂਲਾਂ ਕਾਲਜਾਂ ਦੀ ਪੜ੍ਹਦਿਆਂ ਅਸੀਂ ਪੜ੍ਹਦੇ ਹਾਂ ਕਿਉਂਕਿ ਲਾਲਸਾ ਅੰਦਰ ਵੀ ਸੁੱਖ ਮਿਲੇਗਾ। ਇਸੇ ਤਰ੍ਹਾਂ ਪਹਿਲਾਂ ਪਹਿਲ ਤਾਂ ਵਾਹਿਗੁਰੂ ਦੇ ਨਾਮ ਨਾਲ ਜੁੜਨਾ ਕਿਸੇ ਲਾਲਸਾ ਵਾਸੀ ਹੁੰਦਾ ਕਿ ਨਾਮ ਜਪਾਂਗੇ ਤਾਂ ਪਹਿਲਾਂ ਸਰੀਰਕ ਸੁੱਖਾਂ ਦੀ ਇੱਛਾ, ਪਦਾਰਥਾਂ ਦੀ ਥੋੜ੍ਹੀ ਨਹੀਂ ਰਹੇਗੀ, ਅਤੇ ਇਸੇ ਪ੍ਰਕਾਰ ਫਿਰ ਗਿਆਨ ਦੀ ਪ੍ਰਾਪਤੀ ਦੀ ਇੱਛਾ ਜਾਗਣੀ ਕਿ ਆਤਮਾ ਦਾ ਗਿਆਨ ਹੋ ਜਾਏ, ਫਿਰ ਜੰਮਣ ਮਰਨ ਤੋਂ ਰਹਿਤ ਹੋਣਾ, ਮੁਕਤ ਹੋਣ ਦੀ ਇੱਛਾ ਆਦਿਕ। ਅਤੇ ਜਿਹਨੂੰ ਰਸ ਆ ਗਿਆ ਫਿਰ ਉਹਦੀਆਂ ਸਾਰੀਆਂ ਇੱਛਾ ਮਿਟ ਜਾਂਦੀਆਂ ਹਨ। ਜਿਨ ਸਰਦਾ ਰਾਮ ਨਾਮ ਲੱਗੀ ਤਨ ਦੂਜਾ ਚਿੱਤ ਨਾ ਲਾਇਆ ਰਾਮ, ਜੇ ਧਰਤੀ ਸਭ ਕੰਚਨ ਕਰ ਦੀਜਾ ਵਿਣ ਨਾਵੈ ਅਵਰ ਨਾ ਪਾਇਆ ਰਾਮ। ਸੋ ਇਸ ਪ੍ਰਕਾਰ ਜਿਸ ਰਸ ਆਇਆ ਸੋਈ ਜਾਣੈ, ਪੇਖ ਪੇਖ ਮਨ ਮੈਂ ਹੈਰਾਨਾ। ਹਜੂਰ ਕਹਿ ਰਹੇ ਨੇ ਕਿ ਅੰਮ੍ਰਿਤ ਨਾਮ ਦਾ ਰਸ ਸਾਰਿਆਂ ਰਸਾਂ ਨਾਲੋਂ ਅਤਿਅੰਤ ਭਲਾ ਚੰਗਾ ਹੈ। ਕਿਤ ਬਿਦ ਮਿਲੈ ਰਸ ਖਾਏ, ਕਿਸ ਵਿਧੀ ਦੇ ਨਾਲ ਇਹ ਪ੍ਰਾਪਤ ਹੋਵੇ ਤੇ ਜੀਵ ਇਸ ਰਸ ਨੂੰ ਮਾਣੇ, ਚਖੇ। ਅਸੀਂ ਕੁਛ ਚੀਜ਼ਾਂ ਨੂੰ ਜਦੋਂ ਆਪਣੇ ਅੰਦਰ ਲਗਾਉਂਦੇ ਹਾਂ ਤਾਂ ਕਹਿੰਦੇ ਖਾਧੀ ਚੀਜ਼, ਕੁਛ ਪੇਅ ਪਦਾਰਥ ਪੀਣ ਵਾਲੇ ਹਨ ਜਿਨ੍ਹਾਂ ਨੂੰ ਕਹਿੰਦੇ ਪੀਤਾ ਹੈ। ਸੋ ਇਸ ਪ੍ਰਕਾਰ ਬੰਗਲਾਦੇਸ਼ ਆਦਿ ਇਲਾਕਿਆਂ ਦੇ ਵਿੱਚ ਪੀਣ ਵਾਲੀਆਂ ਚੀਜ਼ਾਂ ਨੂੰ ਵੀ ਖਾਣਾ ਸ਼ਬਦ ਵਰਤਦੇ ਨੇ। ਚਾਹ ਖਾ ਲਓ, ਦੁੱਧ ਖਾ ਲਓ, ਇੰਝ ਵੀ ਹੈ। ਸੋ ਇਸ ਪ੍ਰਕਾਰ ਇਹ ਰਸਦਾਇਕ ਚੀਜ਼ ਤਾਂ ਪੀਣ ਵਾਲੀ ਹੁੰਦੀ ਹੈ, ਪਰ ਭੋਜਨ 'ਚੋਂ ਵੀ ਰਸ ਆਉਂਦਾ, ਖਾਣ ਵਾਲੀ ਚੀਜ਼ ਹੈ। ਇੱਥੇ ਮਾਨਸਿਕ ਤ੍ਰਿਪਤੀ ਵਾਸਤੇ ਮਾਨਸਿਕ ਖੁਰਾਕ ਵਾਹਿਗੁਰੂ ਦੇ ਨਾਮ ਰਸ ਦਾ ਬਚਨ ਕਰ ਰਹੇ ਨੇ ਹਜ਼ੂਰ ਕਿ ਕਿਸ ਵਿਧੀ ਨਾਲ ਇਹ ਮਿਲਦਾ ਹੈ ਤੇ ਜੀਵ ਇਸ ਰਸ ਨੂੰ ਫਿਰ ਖਾਂਦਾ ਯਾਨੀ ਮਾਣਦਾ, ਚਖਦਾ ਹੈ। ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਇਹ ਰਸ ਤਾਂ ਉਹਨਾਂ ਨੂੰ ਆਇਆ ਨਾ ਜਿਨ੍ਹਾਂ ਨੂੰ ਪਹਿਲਾਂ ਨਾਮ ਜਪਦਿਆਂ ਰਸ ਆਇਆ ਤੇ ਫਿਰ ਵਾਹਿਗੁਰੂ ਦੀ ਪ੍ਰਾਪਤੀ ਹੋਈ ਤੇ ਫਿਰ ਉਹ ਛੱਡ ਨਹੀਂ ਨਾ ਸਕਦੇ। ਸੋ ਇਸ ਪ੍ਰਕਾਰ ਪ੍ਰਮਾਤਮਾ ਆਪ ਵੀ ਰਸ ਰੂਪ ਹੈ, ਆਨੰਦ ਰੂਪ ਹੈ, ਪ੍ਰੇਮ ਰਸ ਹੈ। ਜਾ ਕੇ ਪੁੱਛੋ ਕਹਿੰਦੇ ਸੁਹਾਗਵੰਤੀਆਂ ਨੂੰ ਜਿਨ੍ਹਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ, ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ, ਕਿ ਤੁਹਾਨੂੰ ਕਿਸ ਤਰ੍ਹਾਂ ਪ੍ਰਭੂ ਵਾਹਿਗੁਰੂ ਪਤੀ ਜੀ ਆ ਕੇ ਮਿਲੇ ਹਨ। ਉਹ ਵੇ ਪ੍ਰਵਾਹ ਨਾ ਬੋਲਣੀ, ਹਉ ਮਲਮਲ ਧੋਆ ਤਿਨ ਪਾਏ। ਇੱਕ ਸੰਸਾਰ ਦੇ ਜੀਵ ਐਸੇ ਨੇ ਕਿ ਉਹਨਾਂ ਦਾ ਜ਼ਿਆਦਾ ਬੋਲਣ ਦਾ ਸੁਭਾਅ ਹੈ, ਕਮਾਉਣਾ ਕੁਛ ਨਹੀਂ, ਅੰਦਰ ਕੁਛ ਨਹੀਂ ਤੇ ਜ਼ਿਆਦਾ ਬੋਲੀ ਜਾਣਾ। ਸੋ ਇਸ ਪ੍ਰਕਾਰ ਇੱਕ ਇਸ ਤਰ੍ਹਾਂ ਦੇ ਦੂਜਿਆਂ ਨੂੰ ਉਪਦੇਸ਼ ਦਿੰਦੇ ਨੇ, ਆਪ ਕਮਾਉਂਦੇ ਕੁਛ ਨਹੀਂ। ਤੇ ਇੱਕ ਉਹ ਵਾਹਿਗੁਰੂ ਦੇ ਪਿਆਰੇ ਹਨ ਕਿ ਉਹ ਐਸੇ ਰਸ ਦੇ ਸਹਿਤ ਹੋ ਕੇ ਬੇਪਰਵਾਹ ਹੋ ਜਾਂਦੇ, ਉਹਨਾਂ ਨੂੰ ਸੰਸਾਰ ਨਾਲ ਕੋਈ ਲਗਾ ਨਹੀਂ ਰਹਿੰਦਾ, ਬੇਮੁਥਾਜ ਹੋ ਜਾਂਦੇ ਨੇ। ਵੇ ਮੁਹਤਾਜਾ ਵੇ ਪ੍ਰਵਾਹ ਹੋ, ਨਾਨਕ ਦਾਸ ਕਹੋ ਗੁਰਵਾਹੋ। ਜਿਵੇਂ ਸਤਿਗੁਰੂ ਮਹਾਰਾਜ ਜੀ ਬੇਮੁਥਾਜ ਤੇ ਬੇਪਰਵਾਹ ਹਨ, ਇਸੇ ਤਰ੍ਹਾਂ ਜੋ ਸੰਤ ਹੈ ਉਹ ਬੇਪਰਵਾਹ, ਉਹ ਇਹ ਬਹੁਵਚਨ ਹੈ, ਉਹ ਜਿਹੜੇ ਸੰਤ ਹਨ ਬੇਪਰਵਾਹ ਹਨ। ਨਾ ਬੋਲਣੀ, ਉਹਨਾਂ ਨੂੰ ਬੋਲਣ ਦੀ ਕੋਈ ਲੋੜ ਨਹੀਂ ਹੈ। ਉਹ ਨਹੀਂ ਬੋਲਣਾ ਚਾਹੁੰਦੇ ਕਿ ਆਪਣੇ ਆਪ ਹੀ ਉਪਦੇਸ਼ ਸਿੱਖਿਆ ਦੇਈ ਜਾਣ। ਤੇ ਕਹਿੰਦੇ ਸਾਨੂੰ ਲੋੜ ਹੈ, ਹੋ ਮਲਮਲ ਧੋਵਾ ਤਿਨ ਪਾਏ। ਮੈਂ ਮਲ ਮਲ ਕੇ ਉਹਨਾਂ ਦੇ ਚਰਨਾਂ ਤੇ ਜਲ ਪਾ ਪਾ ਕੇ, ਹੱਥਾਂ ਨਾਲ ਮਲ ਮਲ ਕੇ ਉਹਨਾਂ ਦੇ ਚਰਨ ਧੋਵਾਂ, ਉਹਨਾਂ ਤੋਂ ਉਪਦੇਸ਼ ਪ੍ਰਾਪਤ ਕਰਨ ਵਾਸਤੇ, ਉਹਨਾਂ ਤੋਂ ਰਾਹ ਪੁੱਛਣ ਵਾਸਤੇ ਕਿ ਜਿਸ ਤਰ੍ਹਾਂ ਤੁਸਾਂ ਬੰਦਗੀ ਕਰਕੇ ਵਾਹਿਗੁਰੂ ਜੀ ਨੂੰ ਪ੍ਰਾਪਤ ਕੀਤਾ, ਤੁਹਾਨੂੰ ਵਾਹਿਗੁਰੂ ਆ ਮਿਲਿਆ, ਮੇਰੇ ਤੇ ਵੀ ਬਖਸ਼ਿਸ਼ ਹੋਏ। ਇੱਕ ਮਹਾਂਪੁਰਸ਼ ਦ੍ਰਿਸ਼ਟਾਂਤ ਦਿਆ ਕਰਦੇ ਸਨ ਕਿ ਕੋਈ ਰੱਬ ਦੇ ਸੰਤ ਸਨ, ਉਹਨਾਂ ਦੇ ਪਾਸ ਦੁਨੀਆ ਬਹੁਤੀ ਆਉਣ ਲੱਗ ਪਈ ਤੇ ਦੁਨੀਆਦਾਰ ਲੋਕਾਂ ਨੇ ਤੇ ਆਪਣੇ ਰੋਣੇ ਹੋਏ ਨਾ। ਹੁਣ ਸੰਤ ਦਾ ਜਿਹੜਾ ਜੀਵਨ ਹੈ ਹੋਰ ਤਰ੍ਹਾਂ ਦਾ, ਸੰਸਾਰੀਆਂ ਦਾ ਹੋਰ ਤਰ੍ਹਾਂ ਦਾ, ਉਹਨਾਂ ਦਾ ਸੁਭਾਅ ਹੋਰ, ਸੰਸਾਰੀਆਂ ਦਾ ਹੋਰ। ਉਹਨਾਂ ਰੱਬ ਦੀ ਬੰਦਗੀ ਕਰਨੀ, ਜਿਵੇਂ ਲਿਖਿਆ ਹੋਇਆ ਕਿ ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਟ ਕਰ ਰਹੀ ਹੈ, ਬਾਬਾ ਬੋਲਣਾ ਕਿਆ ਕਹੀਐ, ਜੈਸੇ ਰਾਮ ਨਾਮ ਰਵ ਰਹੀ ਹੈ, ਸੰਤਨ ਸਿਉ ਬੋਲੇ ਉਪਕਾਰੀ, ਮੂਰਖ ਸਿਉ ਬੋਲੇ ਝੱਖ ਮਾਰੀ। ਮੂਰਖਾਂ ਨਾਲ ਗੱਲਾਂ ਕਰਨ ਲੱਗ ਪਈਏ ਤੇ ਉਹ ਮੂਰਖਾਂ ਵਾਲੀਆਂ ਗੱਲਾਂ ਕਰਨਗੇ ਤੇ ਸਾਡਾ ਵੀ ਰਸ ਖਰਾਬ ਕਰਨਗੇ। ਤੇ ਜਿਸ ਤਰ੍ਹਾਂ ਦਾ ਕਿਸੇ ਦਾ ਅੰਦਰਲਾ ਦਰਜਾ ਹੈ ਉਸ ਹਿਸਾਬ ਨਾਲ ਕੋਈ ਗੱਲ ਕਰਦਾ। ਇਸ ਤਰ੍ਹਾਂ ਉਹਨਾਂ ਸੰਤਾਂ ਨੇ ਵਿਚਾਰਿਆ ਵੀ ਆਪਣੇ ਰੋਣੇ ਰੋਂਦੇ ਨੇ ਸੰਸਾਰੀ ਲੋਕ ਵੀ ਬਾਬਾ ਜੀ ਮੈਂ ਪੋਤੇ ਦਾ ਮੂੰਹ ਵੇਖਣਾ, ਮੇਰੀ ਧੀ ਵਿਆਹੁਣ ਵਾਲੀ ਆ ਜੀ, ਮੇਰੇ ਘਰ ਸੰਤਾਨ ਹੈ ਨਹੀਂ ਜੀ, ਬਾਬਾ ਜੀ ਧਨ ਹੈ ਨਹੀਂ, ਗਰੀਬੀ ਇਤਿਆਦਿਕ।
ਇਹ ਨਾ ਆਪ ਨਾਮ ਜਪਦੇ ਹਨ। ਜੇ ਅਸੀਂ ਪ੍ਰੇਰਨਾ ਦਿੰਦੇ ਹਾਂ ਤੇ ਵਾਹਿਗੁਰੂ ਦੇ ਨਾਮ ਨਾਲ ਨਹੀਂ ਜੁੜਦੇ, ਨਾਲੇ ਸਾਨੂੰ ਵੀ ਨਹੀਂ ਜਪਣ ਦਿੰਦੇ। ਉਹਨਾਂ ਫਿਰ ਇੱਕ ਜੁਗਤੀ ਸੋਚੀ। ਉਹਨਾਂ ਨੇ ਇੱਕ ਲੜਾਕੀ ਜੀ ਮਾਈ ਸੀ ਤੇ ਉਹਨੂੰ ਕਿਹਾ ਵੀ ਤੂੰ ਇੱਥੇ ਸਾਡੇ ਦਰਵਾਜ਼ੇ ਤੇ ਪਹਿਰਾ ਦੇਣਾ। ਤੇ ਇੱਕ ਉਹਨਾਂ ਨੇ ਥੋੜ੍ਹੀ ਜਿਹੀ ਵਿੱਥ ਤੇ ਮਾਰਨ ਖੰਡੀ ਗਊ ਲਿਆ ਕੇ ਬਣਾ ਲਈ ਤੇ ਇੱਕ ਜਿਹੜਾ ਬਾਹਰਲਾ ਦਰਵਾਜ਼ਾ ਸੀ ਉੱਥੇ ਬੜਾ ਵਾਢੂ ਤਕੜਾ ਕੁੱਤਾ ਛੱਡ ਦਿੱਤਾ। ਔਰ ਜਿਹੜਾ ਆਏ ਉਹਨੂੰ ਕੁੱਤਾ ਗਲ ਪਏ, ਵੱਢਣ ਪਏ, ਭੌਂਕੇ ਤੇ ਉਹ ਡਰਦਾ ਭੱਜਿਆ ਤੇ ਨਾਲੇ ਮੰਦਾ ਬੋਲੇ ਵੀ ਇਹਦਾ ਸਾਧਾ ਇੱਥੋਂ ਕੀ ਕੋਈ ਚੁੱਕ ਕੇ ਲੈ ਚੱਲਿਆ, ਇਹਨੇ ਕੁੱਤਾ ਰੱਖ ਲਿਆ। ਉਹ ਅਗਲੇ ਪਾਸੇ ਗਊ ਬੱਧੀ ਹੈ ਤੇ ਉਹ ਮਾਈ ਦਾ ਤੇ ਪਰਛਾਵਾਂ ਕੋਈ ਨਹੀਂ ਲੈਂਦਾ, ਉਹ ਲੜਾਕੀ ਮਾਈ ਅੱਗੇ ਰੱਖ ਲਈ। ਇਸ ਤਰ੍ਹਾਂ ਦੁਨੀਆ ਘਟ ਗਈ। ਤੇ ਕੋਈ ਵਾਹਿਗੁਰੂ ਦਾ ਪਿਆਰਾ ਸੀ, ਚੰਗਾ ਗੁਰਮੁਖ, ਉਹ ਜਾਣਦਾ ਸੀ ਵੀ ਇਹ ਸੰਤ ਬੜੀ ਕਮਾਈ ਵਾਲੇ ਨੇ। ਉਹਨੇ ਕਿਹਾ ਵੀ ਮੈਂ ਵੀ ਪ੍ਰਭੂ ਦੇ ਰਸਤੇ ਬਾਰੇ ਪੁੱਛਣਾ ਇਹਨਾਂ ਸੰਤਾਂ ਨੂੰ, ਇਹਨਾਂ ਕੋਲੋਂ ਉਪਦੇਸ਼ ਲੈਣਾ, ਰਾਹ ਦੀ ਗੱਲ ਪੁੱਛਣੀ ਹੈ। ਔਰ ਉਹਨੇ ਫਿਰ ਜੁਗਤੀ ਲੜਾਈ ਤੇ ਉਹ ਕੁੱਤੇ ਵਾਸਤੇ ਘਿਓ ਤੇ ਮਿੱਠੇ ਵਾਲੀ ਚੂਰੀ ਕੁੱਟ ਕੇ ਬਣਾ ਕੇ ਲਿਆਇਆ ਤੇ ਗਊ ਵਾਸਤੇ ਉਹਨੇ ਹਰਾ ਹਰਾ ਘਾਹ ਲੈ ਲਿਆ। ਜਿਹੜੀ ਲੜਾਕੀ ਮਾਈ ਸੀ ਉਹਦੇ ਵਾਸਤੇ ਉਹਨੇ ਤਿਉਰ ਬਣਾਈ, ਸਿਰ ਦਾ, ਗਲ ਦਾ ਤੇ ਤੇੜ ਵਾਲਾ ਲੀੜਾ, ਸਲਵਾਰ, ਝੱਗਾ ਤੇ ਜਿਹੜੀ ਸਿਰ ਦਾ ਸ਼ਾਲੂ ਹੁੰਦਾ, ਚੁੰਨੀ, ਇਹ 3 ਚੀਜ਼ਾਂ ਬਣਾਈਆਂ ਤੇ ਨਾਲ 25 ਰੁਪਈਏ ਲੈ ਲਏ। ਜਦੋਂ ਦਰਵਾਜ਼ੇ ਤੇ ਆਇਆ ਕੁੱਤਾ ਲੱਗਾ ਭੌਂਕਣ ਤੇ ਉਹਨੇ ਚੂਰੀ ਸੁੱਟੀ ਕੁੱਤੇ ਅੱਗੇ। ਕੁੱਤਾ ਚੂਰੀ ਖਾਣ ਦਾ ਬੜਾ ਸ਼ੌਕੀਨ ਹੁੰਦਾ, ਮਸਤ ਹੋ ਗਿਆ, ਪੂਛ ਲਾਉਣ ਲੱਗ ਪਿਆ। ਉਸ ਤੋਂ ਅੱਗੇ ਲੰਘਿਆ ਤੇ ਗਊ ਸੀ, ਗਊ ਅੱਗੇ ਹਰਾ ਹਰਾ ਘਾਹ ਸੁੱਟਿਆ ਤੇ ਉਹ ਗਊ ਵੀ ਘਾਹ ਛਕਣ ਵਿੱਚ ਮਸ਼ਰੂਫ ਹੋ ਗਈ। ਤੇ ਫਿਰ ਅਗਲੇ ਪਾਸੇ ਗਿਆ ਤੇ ਉਹ ਮਾਈ ਗਲ ਪੈਣ ਲੱਗੀ। ਔਂਤਰਿਆ ਨਖੱਤਿਆ, ਤੂੰ ਕੌਣ ਆ, ਕਿੱਧਰੋਂ ਆ? ਕਹਿਣ ਲੱਗਾ, ਮਾਤਾ ਤੂੰ ਆ ਸੰਤਾਂ ਦੀ ਸੇਵਾਦਾਰ ਨਹੀਂ, ਤੇਰੇ ਵਾਸਤੇ ਮੈਂ ਤਿਉਰ ਲਿਆਇਆ, ਕੱਪੜੇ 3 ਤੇ 25 ਰੁਪਈਏ ਤੇਰੀ ਭੇਟਾ। ਤੇ ਉਹ ਮਾਈ ਵੀ ਖੁਸ਼ ਹੋ ਗਈ। ਅੱਛਾ ਸੰਤਾਂ ਨੂੰ ਮਿਲਣਾ, ਚਲੋ ਮੈਂ ਮਿਲਾ ਦਿਆਂਗੀ। ਤਾਂ ਉਸ ਵੇਲੇ ਫਿਰ ਉਹਨਾਂ ਮਹਾਂਪੁਰਸ਼ਾਂ ਨੂੰ ਮਿਲਿਆ ਉਹ ਜਗਿਆਸੂ, ਤਾਂ ਉਹਨਾਂ ਪਾਸੋਂ ਰਾਹ ਪੁੱਛਿਆ ਤੇ ਉਸ ਮਾਰਗ ਤੇ ਚੱਲਿਆ। ਸੋ ਇਸ ਪ੍ਰਕਾਰ ਬੇਅੰਤ ਮਿਸਾਲਾਂ ਐਸੀਆਂ ਹਨ। ਕਬੀਰ ਜੀ ਨੇ ਵੀ ਦੁਨੀਆ ਬਹੁਤੀ ਆਉਣ ਕਰਕੇ ਫਿਰ ਆਪਣੇ ਨਿੰਦਿਆ ਕਰਾਉਣ ਦਾ ਤਰੀਕਾ ਰਚਿਆ ਸੀ ਤੇ ਇਤਿਆਦਿਕ। ਉਹ ਜਿਹੜੇ ਗੁਰਮੁਖ ਨੇ, ਸੋ ਉਹਨਾਂ ਪਿਆਰਿਆਂ ਨੂੰ ਪੁੱਛਿਆ ਜਾਂਦਾ ਵੀ ਤੁਸੀਂ ਕਿਉਂ, ਕਿਸ ਤਰ੍ਹਾਂ ਪ੍ਰਮਾਤਮਾ ਤੁਹਾਨੂੰ ਆ ਕੇ ਮਿਲਿਆ, ਪਰ ਉਹ ਹੈਨ ਬੇਪਰਵਾਹ। ਉਹ ਆਪਣੇ ਆਪ ਬੋਲਦੇ ਕੁਛ ਨਹੀਂ ਹਨ ਤੇ ਜਦੋਂ ਅਗਲੇ ਬੰਨੇ ਅਧਿਕਾਰੀ ਨਹੀਂ ਹੋਈ, ਉਹਨੂੰ ਬੋਲ ਕੇ ਕੀ ਉਪਦੇਸ਼ ਦੇਣ। ਸੋ ਇਸ ਪ੍ਰਕਾਰ ਉਹ ਬੇਪਰਵਾਹ ਹਨ ਤੇ ਨਾ ਬੋਲਣੀ ਨਹੀਂ ਬੋਲਦੇ। ਪਰ ਮੈਂ ਮਲ ਮਲ ਕੇ ਉਹਨਾਂ ਦੇ ਚਰਨ ਧੋਵਾਂ ਪ੍ਰੇਮ ਦੇ ਜਲ ਦੇ ਨਾਲ। ਭਾਈ ਰੇ ਮਿਲ ਸੱਜਣ ਹਰ ਗੁਣ ਸਾਰ। ਹਜ਼ੂਰ ਸਿੱਖਿਆ ਦਿੰਦੇ ਨੇ, ਹੇ ਭਾਈ, ਹੇ ਜਗਿਆਸੂ ਜਨ, ਹੇ ਰੱਬ ਦੇ ਬੰਦੇ, ਮਿਲ ਕੇ ਉਹਨਾਂ ਸੱਜਣਾ ਨੂੰ, ਜਿਹੜੇ ਰੱਬ ਦੇ ਸੰਤ ਨੇ ਨਾ, ਉਹਨਾਂ ਸੱਜਣਾ ਨੂੰ ਮਿਲ ਕੇ ਤੇ ਐਵੇਂ ਦੁਨਿਆਵੀ ਰੋਣੇ ਨਹੀਂ ਉਹਨਾਂ ਕੋਲ ਰੋਣੇ ਤੇ ਮੇਰੀਆਂ ਦੁਨਿਆਵੀ ਇੱਛਾ ਪੂਰੀਆਂ ਹੋਣ। ਉਹਨਾਂ ਤੋਂ ਤੂੰ ਵੀ ਸਿੱਖਿਆ ਲੈ ਤੇ ਹਰੀ ਪ੍ਰਮਾਤਮਾ ਦੇ ਜੋ ਗੁਣ ਹਨ ਉਹਨਾਂ ਦੀ ਸਾਰ ਖਬਰ ਕਰ, ਸਾਰ ਸੰਭਾਲ ਕਰ। ਵਾਹਿਗੁਰੂ ਦੀ ਪ੍ਰਾਪਤੀ ਵਾਲੇ ਗੁਣ ਧਾਰਨ ਕਰ ਤੇ ਪ੍ਰਮਾਤਮਾ ਹਰੀ ਦੇ ਗੁਣਾਂ ਨੂੰ ਸੰਭਾਲ, ਭਾਵ ਚੇਤੇ ਕਰ, ਪ੍ਰਮਾਤਮਾ ਦੇ ਗੁਣ ਗਾਉਣ ਲੱਗ ਜਾ। ਸੱਜਣ ਸਤਿਗੁਰ ਪੁਰਖ ਹੈ, ਦੁੱਖ ਕੱਢੈ ਹਉਮੈ ਮਾਰ। ਇੱਕ ਤਾਂ ਉਹ ਰੱਬ ਦੇ ਸੱਜਣ ਸੰਤ ਨੇ ਨਾ, ਤੇ ਇੱਕ ਸੱਜਣ ਕਿਹਾ ਸਤਿਗੁਰੂ ਪੁਰਖ ਨੂੰ। ਸਤਿਗੁਰੂ ਜੋ ਪੂਰਨ ਹੈ, ਪੁਰਖ ਪ੍ਰਮਾਤਮਾ ਸਤਿਪੁਰਖ ਦਾ ਸਰੂਪ ਹੈ। ਐਸੇ ਸਤਿਗੁਰੂ ਜੀ ਜੋ ਹਨ, ਉਹ ਦੁੱਖ ਵਿਛੋੜੇ ਦਾ ਤੇ ਹਉਮੈ ਦਾ ਰੋਗ ਮਾਰ ਕੇ ਭਜਾ ਦਿੰਦੇ, ਹਿਰਦੇ ਚੋਂ ਕੱਢ ਦਿੰਦੇ ਨੇ। ਦੁੱਖ ਤੇ ਹਉਮੈ ਨੂੰ, ਵਿਛੋੜੇ ਤੇ ਹਉਮੈ ਨੂੰ ਹਿਰਦੇ ਚੋਂ ਕੱਢ ਕੇ ਮਾਰ ਕੇ ਭਜਾ ਦੇਣ ਵਾਲੇ ਹਨ ਸੱਚੇ ਪਾਤਸ਼ਾਹ। ਰਹਾਓ, ਗੁਰਮੁਖੀਆਂ ਸੁਹਾਗਣੀ ਤਿਨ ਦਇਆ ਪਈ ਮਨ ਆਏ। ਜੋ ਗੁਰਮੁਖ ਹਨ, ਗੁਰੂ ਦੇ ਦੱਸੇ ਮਾਰਗ ਤੇ ਚੱਲਣ ਵਾਲੇ, ਰੱਬ ਦੀ ਬੰਦਗੀ ਵਾਲੇ, ਉਹ ਹਨ ਸੁਹਾਗਵੰਤੀਆਂ ਇਸਤਰੀਆਂ ਦੀ ਨਿਆਈ। ਜਿਵੇਂ ਬਿਰਧ ਮਾਈਆਂ ਹੁੰਦੀਆਂ ਸੁਹਾਗਣਾ, ਤੇ ਇਸ ਪ੍ਰਕਾਰ ਨਾਨਕੇ ਦਾਦਕੇ ਸਹੁਰੇ ਘਰ ਜਿਹਨਾਂ ਜਸ ਖਟਿਆ, ਇਸ ਤਰ੍ਹਾਂ ਦੇ ਉਹ ਰੱਬ ਦੇ ਸੰਤ ਨੇ। ਤਿਨ ਦਇਆ ਪਈ ਮਨ ਆਏ। ਜਦੋਂ ਉਹਨਾਂ ਦੇ ਨਾਲ ਮਿਲੇ ਤੇ ਉਹਨਾਂ ਦੇ ਮਨ 'ਚ ਦਇਆ ਆ ਪਈ, ਦਇਆ ਦੇ ਘਰ 'ਚ ਆ ਗਏ, ਪਾਤਰ ਜਾਣ ਕੇ, ਅਧਿਕਾਰੀ ਜਾਣ ਕੇ। ਸਤਿਗੁਰ ਵਚਨ ਰਤਨ ਹੈ, ਜੋ ਮੰਨੇ ਸੋ ਹਰ ਰਸ ਖਾਏ। ਉਹਨਾਂ ਨੇ ਸਤਿਗੁਰੂ ਦੇ ਚਰਨਾਂ ਨਾਲ ਹੀ ਜੋੜਨਾ ਹੋਇਆ ਤੇ ਸਤਿਗੁਰੂ ਮਹਾਰਾਜ ਦਾ ਜੋ ਵਚਨ ਸ਼ਬਦ ਹੈ, ਉਪਦੇਸ਼ ਹੈ, ਉਹ ਰਤਨ ਵਰਗਾ ਅਮੋਲਕ ਹੈ। ਸਤਿਗੁਰੂ ਦੇ ਵਚਨ ਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ। ਸਤਿਗੁਰੂ ਦੇ ਪ੍ਰੇਮ ਦੀ ਕੋਈ ਕੀਮਤ ਨਹੀਂ। ਜਿਵੇਂ ਸੰਮਣ ਤੇ ਮੂਸਣ ਨੂੰ ਕਿਹਾ ਸੀ, ਸੰਮਨ ਜੋ ਇਸ ਪ੍ਰੇਮ ਕੀ ਦਮ ਕੇ ਹੋਤੀ ਸਾਠ, ਰਾਵਣ ਹੁਤੇ ਸੁਰੰਕ ਨਹਿ ਜਿਨ ਸਿਰ ਦੀਨੇ ਕਾਟ। ਜੋ ਸਤਿਗੁਰੂ ਦਾ ਵਚਨ
ਪ੍ਰੇਮ ਭਾਵ ਨਾਲ ਸੁਣ ਕੇ ਮੰਨਣਾ ਕਮਾਉਣਾ ਹੈ, ਇਹਦੀ ਕੋਈ ਕੀਮਤ ਥੋੜੀ ਹੈ। ਸਤਿਗੁਰੂ ਦਾ ਉਪਦੇਸ਼ ਉੱਚ ਦਰਜੇ ਦਾ ਹੈ, ਮਹਾਨ ਹੈ। ਇਹ ਰਤਨ ਦੀ ਨਿਆਈ ਅਮੋਲਕ ਹੈ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਜੋ ਮੰਨੇ ਸੋ ਹਰ ਰਸ ਖਾਏ। ਜੋ ਵੀ ਮੰਨ ਲੈ, ਸ਼ਰਧਾ ਵਿਸ਼ਵਾਸ ਧਾਰਨ ਕਰਕੇ ਸਤਿਗੁਰੂ ਦੇ ਬਚਨ ਨੂੰ ਹਿਰਦੇ 'ਚ ਮੰਨ ਲੈ, ਵਸਾ ਲੈ, ਉਹ ਹਰੀ ਦੇ ਨਾਮ ਰਸ ਨੂੰ ਖਾਏ, ਭੋਗਦਾ ਪੁੰਚਦਾ ਹੈ, ਚੱਖਦਾ ਹੈ। ਸੇ ਵੱਡ ਭਾਗੀ ਵੱਡ ਜਾਣੀ ਹੈ, ਜਿਨ ਹਰ ਰਸ ਖਾਧਾ ਗੁਰ ਪਾਏ। ਹਜ਼ੂਰ ਕਹਿੰਦੇ ਨੇ, ਜਿਨ੍ਹਾਂ ਨੇ ਗੁਰਾਂ ਦੇ ਭਾਏ ਅਨੁਸਾਰੀ ਹੋ ਕੇ ਹਰੀ ਪਰਮੇਸ਼ਰ ਦੇ ਨਾਮ ਰਸ ਨੂੰ ਖਾਧਾ, ਭਾਵ ਚੱਖਿਆ, ਮਾਣਿਆ, ਭੋਗਿਆ ਹੈ, ਉਹ ਵੱਡਿਆਂ ਭਾਗਾਂ ਵਾਲੇ ਤੇ ਵੱਡੇ ਜਾਣੇ ਜਾਣਗੇ। ਉਹਨਾਂ ਨੂੰ ਜਾਣਿਆ ਜਾਂਦਾ ਹੈ ਕਿ ਉਹ ਵਡਭਾਗੀ ਹਨ ਤੇ ਵੱਡੇ ਹਨ। ਬਹੁਤ ਵੱਡਿਆਂ ਭਾਗਾਂ ਵਾਲੇ, ਬੜੇ ਮਹਾਨ ਜੀਵ ਹਨ ਉਹ, ਜਿਨ੍ਹਾਂ ਨੇ ਗੁਰੂ ਦੇ ਅਨੁਸਾਰ ਹੋ ਕੇ ਹਰੀ ਦੇ ਨਾਮ ਰਸ ਨੂੰ ਪ੍ਰਾਪਤ ਕੀਤਾ ਹੈ। ਇਹੋ ਹਰ ਰਸ ਵਣ ਤਿਣ ਸਬਤ ਹੈ, ਭਾਗਹੀਣ ਨਹੀਂ ਖਾਏ। ਜਿਸ ਤਰ੍ਹਾਂ ਜਲ ਸਾਰੀ ਬਨਸਪਤੀ ਦੇ ਵਿੱਚ, ਬਣਾ ਬਿਰਛਾਂ 'ਚ, ਤ੍ਰਿਣਾ ਤੀਲਿਆਂ, ਕੱਖਾਂ ਘਾਹਾਂ 'ਚ ਸਮਾਇਆ ਹੋਇਆ, ਤਾਂ ਜੀਵਨ ਉਹਨਾਂ ਦਾ ਜਿਉਂਦੇ ਜਾਗਦੇ ਨੇ। ਇਸੇ ਤਰ੍ਹਾਂ ਜੋ ਹਰੀ ਪਰਮੇਸ਼ਰ ਦੇ ਨਾਮ ਦਾ ਰਸ ਹੈ, ਕਹਿੰਦੇ ਸਾਰੀ ਸ੍ਰਿਸ਼ਟੀ ਵਿੱਚ ਹੀ ਸਮਾਇਆ ਹੋਇਆ, ਸਬਤ ਸਾਰਿਆਂ ਦੇ ਅੰਦਰ, ਸਾਰੀ ਕੁਦਰਤ ਅੰਦਰ, ਵਣ ਬਿਰਛ ਦੀ ਨਿਆਏ ਸਰੀਰ ਤੇ ਤਿੰਨ ਇੰਦਰੀ ਆਦਿਕ ਸਭ ਥਾਂ ਹੈ ਮੌਜੂਦ। ਪਰ ਭਾਗ ਤੋਂ ਹੀਣਾ ਜਿਹੜਾ ਜੀਵ ਹੈ, ਭਾਗਾਂ ਤੋਂ ਹੀਣੇ ਜੀਵ ਨਹੀਂ ਖਾਏ, ਇਸ ਹਰੀ ਰਸ ਨੂੰ ਨਹੀਂ ਚੱਖਦੇ, ਨਹੀਂ ਪ੍ਰਾਪਤ ਕਰਦੇ ਹਨ, ਇਸ ਤੋਂ ਵਾਂਝੇ ਹਨ। ਘਰ ਹੁੰਦਾ ਧਨ ਜਗ ਭੁੱਖਾ ਮੋਆ, ਮਨਮੁਖ ਬੂਝ ਨਾ ਪਾਏ। ਧਨ ਘਰ ਵਿੱਚ ਹੈ, ਪਰ ਇਸ ਧਨ ਦੇ ਘਰ ਹੁੰਦਿਆਂ ਜਗਤ ਭੁੱਖਾ ਮਰ ਰਿਹਾ, ਕਿਉਂਕਿ ਭਾਵਨਾ ਨਹੀਂ ਬਣੀ, ਭਾਗ ਸਵੱਲੇ ਨਹੀਂ। ਬਿਨ ਸਤਿਗੁਰ ਪੱਲੇ ਨਾਮ ਪਵੈ, ਮਨਮੁਖ ਰਹੇ ਬਿਰਲਾਏ। ਬਿਨਾਂ ਸੱਚੇ ਗੁਰਾਂ ਦੀ ਸ਼ਰਨ ਤੋਂ ਹਿਰਦੇ ਰੂਪੀ ਪੱਲੇ 'ਚ ਇਹ ਨਹੀਂ ਪੈਂਦਾ। ਮਨਮੁਖ ਰਹੇ ਬਿਰਲਾਏ, ਜੋ ਮਨ ਦੇ ਪਿੱਛੇ ਲੱਗਣ ਵਾਲੇ ਹਨ, ਸਾਰੀ ਜ਼ਿੰਦਗੀ ਕੀ ਕਈ ਜਨਮਾਂ ਤੱਕ ਵਿਰਲਾਪ ਕਰਦੇ ਰਹਿਣਗੇ, ਵਿਲਕਦੇ ਰਹਿੰਦੇ ਹਨ। ਪਿੱਛੇ ਵੀ ਵਿਲਕਦੇ ਰਹੇ, ਹੁਣ ਵੀ ਵਿਲਕਦੇ, ਅੱਗੇ ਨੂੰ ਵਿਲਕਦੇ ਰਹਿਣਗੇ। ਜੋ ਮਨ ਦੇ ਪਿੱਛੇ ਲੱਗਣ ਵਾਲੇ, ਉਹ ਸਤਿਗੁਰ ਆਗਿਆ ਨਾ ਨਿਵਹਿ, ਉਹਨਾਂ ਅੰਤਰ ਕ੍ਰੋਧ ਬੁਲਾਏ। ਉਹਨਾਂ ਦੇ ਧੁਰ ਹਿਰਦੇ ਅੰਦਰ ਕ੍ਰੋਧ ਰੂਪੀ ਬਲਾ ਜਿਹੜੀ ਬੈਠੀ ਹੈ, ਕ੍ਰੋਧ ਵਿਰੋਧੀ ਹੈ ਨਾ ਆਪਣਾ, ਇਹ ਆਫਤ ਆਈ ਹੋਈ ਹੈ ਕ੍ਰੋਧ ਦੀ। ਕ੍ਰੋਧ ਹੀ ਮਨ ਨੂੰ ਭਜਾਈ ਫਿਰਦਾ, ਦਿਮਾਗ ਨੂੰ ਭਜਾਈ ਫਿਰਦਾ, ਟਿਕਣੇ ਨਹੀਂ ਦਿੰਦਾ। ਇਸ ਪ੍ਰਕਾਰ ਉਹਨਾਂ ਦੇ ਅੰਦਰ ਕ੍ਰੋਧ ਰੂਪੀ ਆਫਤ ਆਈ ਹੋਈ ਹੈ, ਤੇ ਉਹ ਕਦੇ ਵੀ ਸਤਿਗੁਰੂ ਦੇ ਅੱਗੇ ਝੁਕਦੇ ਨਹੀਂ ਹਨ। ਹੰਕਾਰ ਨਾਲ ਮਨ ਸਿਰ ਆਕੜਿਆ ਹੋਇਆ। ਜੋ ਸਿਰ ਸਾਈਂ ਨਾ ਨਿਵੈ, ਫਰੀਜੀ ਨੇ ਕਿਹਾ, ਸੋ ਸਿਰ ਕੀਜੈ ਕਾਏ, ਕੁੰਨੈ ਹੇਠ ਜਲਾਈਐ, ਬਾਲਣ ਸੰਦਾ ਥਾਏ। ਸੋ ਇਸ ਪ੍ਰਕਾਰ ਹਜ਼ੂਰ ਨੇ ਕਿਹਾ ਹੈ, ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਦੀਜੈ ਡਾਰ। ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ, ਸੋ ਪਿੰਜਰ ਲੈ ਜਾਰ। ਧੰਨ ਗੁਰੂ ਅਮਰਦਾਸ ਦੇ ਬਚਨ ਹਨ। ਉਹ ਸਤਿਗੁਰਾਂ ਦੇ ਅੱਗੇ ਮਾਨਸਿਕ ਤੌਰ ਤੇ, ਸਰੀਰਕ ਤੌਰ ਤੇ ਝੁਕਦੇ ਨਹੀਂ ਹਨ। ਹਰ 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 ਰਸ ਆਪ ਹੈ, ਵਾਹਿਗੁਰੂ ਵਾਹਿਗੁਰੂ ਦਾ ਨਾਮ। ਹਰੀ ਪਿੱਛੇ ਵੀ ਦੁੱਖਾਂ ਦਾ ਹਾਰਕ, ਹੁਣ ਵੀ ਸ਼ੁਭ ਗੁਣਾਂ ਦੀ ਹਰਿਆਵਲਤਾ ਨਾਲ ਹਰੇ ਭਰੇ ਕਰਨ ਵਾਲਾ, ਅੰਤ ਨੂੰ ਹਰੀ ਹਰ ਨਾਸ ਕਰਨ ਵਾਲਾ ਜੋ ਵਾਹਿਗੁਰੂ ਹਰੀ ਹੈ ਨਾ, ਉਹ ਰਸ ਰੂਪ ਆਪ ਹੀ ਹੈ। ਆਪੇ ਹਰ ਰਸ ਹੋਏ, ਆਪ ਹੀ ਉਹਦੀ ਬਖਸ਼ਿਸ਼ ਨਾਲ ਕਿਸੇ ਨੂੰ ਇਹ ਹਰੀ ਰਸ ਹੋਏ ਪ੍ਰਾਪਤ ਹੁੰਦਾ ਹੈ। ਪਿੱਛੇ ਵੀ ਆਪ ਸੀ ਰਸ ਰੂਪ, ਹੁਣ ਵੀ ਆਪ ਹੀ ਹਰੀ ਰਸ ਰੂਪ ਹੈ। ਔਰ ਜਿਹੜਾ ਰਸ ਮਾਨਣ ਵਾਲਾ ਵੀ ਆਪ ਹੀ ਹੈ। ਉਦੋਂ ਆਪਣੇ ਆਪ ਨੂੰ ਹਰੀ ਨੂੰ ਆਪਣਾ ਨਾਮ ਦਾ ਜਿਹੜਾ ਰਸ ਆ ਪ੍ਰਾਪਤ ਹੁੰਦਾ। ਜਿਵੇਂ ਕਿਹਾ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵੰਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹੁਣ ਤੁਧ ਬਿਨ ਅਵਰ ਨਾ ਜਾਣਾ। ਸੋ ਇਸ ਪ੍ਰਕਾਰ ਆਪ ਹੀ ਉਹ ਪਰਮਾਤਮਾ ਮਾਲਕ ਹੈ, ਤੇ ਆਪ ਹੀ ਭਗਤ ਰੂਪ ਹੈ ਇਸ ਰਸ ਨੂੰ ਲੈਣ ਵਾਲਾ। ਆਪ ਦਇਆ ਕਰ ਦੇਵਸੀ, ਗੁਰਮੁਖ ਅੰਮ੍ਰਿਤ ਚੋਏ। ਆਪ ਹੀ ਦਇਆ ਦ੍ਰਿਸ਼ਟੀ ਕਰਕੇ ਦੇਵਸੀ ਦਿੰਦਾ ਹੈ, ਜਾਂ ਦੇਵੇਗਾ ਜਿਹਨੂੰ ਵੀ ਦੇਵੇਗਾ। ਗੁਰਮੁਖ ਅੰਮ੍ਰਿਤ ਚੋਏ, ਗੁਰਾਂ ਦੇ ਸਨਮੁਖ ਹੋ ਕੇ ਜੋ ਚੱਲਣ ਵਾਲਾ ਹੈ, ਗੁਰਾਂ ਦੇ ਅਨੁਸਾਰੀ ਹੋ ਕੇ ਚੱਲਣ ਵਾਲਾ ਜੋ ਗੁਰਮੁਖ ਹੈ, ਉਸ ਦੇ ਹਿਰਦੇ ਅੰਦਰ ਅੰਮ੍ਰਿਤ ਚੋਏ, ਚੋਂਦਾ ਹੈ, ਸਿਮਦਾ ਹੈ। ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਸਿਮਦਾ ਹੈ। ਨੌ ਦਰਵਾਜ ਨਵੇਂ ਦਰ ਫੀਕੇ, ਰਸ ਦਸਵੇਂ ਅੰਮ੍ਰਿਤ ਚੋਈ ਜੈ। ਬੰਦਗੀ ਦੁਆਰਾ ਦਸਮ ਦੁਆਰ ਚੋਂ ਮਨ ਨੂੰ ਅੰਮ੍ਰਿਤ ਚੋਂਦਾ ਹੈ। ਗੁਰਮੁਖ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ ਤਿੱਥ ਹੈ। ਊਂਘ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ। ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੈ ਆਤਮ ਰਾਮ ਪ੍ਰਗਾਸ। ਸਭ ਤਨ ਮਨ ਹਰਿਆ ਹੋਇਆ,
ਨਾਨਕ ਹਰ ਵਸਿਆ ਮਨ ਸੋਏ। ਸਤਿਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਕਿ ਉਸ ਦਾ ਤਨ ਵੀ ਇੰਦਰੇ ਮਾਤਰ ਤੇ ਮਨ ਵੀ ਸਾਰਾ, ਇਹ ਦੋਵੇਂ ਤਨ ਮਨ ਹਰੇ ਭਰੇ ਹੋ ਗਏ। ਮਨ ਖਿੜਿਆ ਹਰਿਆ ਬਾਗ, ਨਾਨਕ ਭਗਤਾ ਸਦਾ ਵਿਗਾਓ, ਸੁਣਿਆ ਦੁਖ ਪਾਪ ਕਾ ਨਾਸ। ਸ਼ੁਭ ਗੁਣਾਂ ਦੀ ਹਰਿਆਵਲਤਾ, ਆਤਮ ਆਨੰਦ ਰੂਪੀ ਹਰਾ ਭਰਾ ਹੋ ਗਿਆ ਉਹਨਾਂ ਦਾ ਮਨ। ਨਾਨਕ ਹਰ ਵਸਿਆ ਮਨ ਸੋਏ। ਇਹਨਾਂ ਦਾ ਜੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਸੋਏ ਉਹ ਪਰਮਾਤਮਾ ਜਿਹਨੇ ਸ੍ਰਿਸ਼ਟੀ ਸਾਜੀ ਹੈ, ਉਹ ਵਾਹਿਗੁਰੂ ਉਹਨਾਂ ਦੇ ਮਨ ਵਿੱਚ ਵਸਿਆ ਹੋਇਆ ਤੇ ਸੋਏ ਉਸੇ ਦਾ ਰੂਪ ਬਣ ਗਏ ਉਹ। ਸ੍ਰੀ ਰਾਗ ਮਹੱਲਾ ਚੌਥਾ। ਧੰਨ ਗੁਰੂ ਰਾਮਦਾਸ ਮਹਾਰਾਜ ਅਗਲਾ ਸ਼ਬਦ ਉਚਾਰਦੇ ਹਨ। ਦਿਨਸ ਚੜ੍ਹੈ ਫਿਰ ਆਥਵੈ, ਰੈਣ ਸਵਾਈ ਜਾਏ। ਸਾਡੀ ਜ਼ਿੰਦਗੀ ਜਿਵੇਂ ਬਤੀਤ ਹੋ ਰਹੀ ਆ ਉਹ ਦਰਸਾ ਰਹੇ ਨੇ ਸਤਿਗੁਰੂ। ਹਜ਼ੂਰ ਕਹਿੰਦੇ ਦਿਨ ਚੜ੍ਹਦਾ ਹੈ ਫਿਰ ਆਥਵੈ। ਆਥਵੈ ਦਾ ਮਤਲਬ ਫਿਰ ਦਿਨ ਡੁੱਬ ਜਾਂਦਾ ਹੈ, ਭਾਵ ਸਮਾਪਤ ਹੋ ਜਾਂਦਾ ਹੈ, ਫਿਰ ਰਾਤ ਆ ਜਾਂਦੀ ਹੈ। ਰੈਣ ਸਵਾਈ ਜਾਏ, ਸਾਰੀ ਦੀ ਸਾਰੀ ਰਾਤ ਇੰਜ ਗੁਜ਼ਰ ਜਾਂਦੀ ਹੈ। ਫਿਰ ਆਵ ਘਟੈ ਨਰ ਨਾ ਬੁੱਝੈ। ਇਸ ਨਰ ਪੁਰਸ਼ ਜੀਵ ਦੀ ਜਿਹੜੀ ਉਮਰ ਹੈ ਇੰਜ ਘਟਦੀ ਜਾ ਰਹੀ ਹੈ। ਜਿੰਨੇ ਮਿੰਟ ਸਕਿੰਟ ਘੰਟੇ ਪਹਿਰ ਦਿਨ ਤੇ ਰਾਤਾਂ ਗੁਜ਼ਰ ਰਹੇ ਨੇ, ਇਹ ਵੱਧ ਨਹੀਂ ਰਹੇ, ਜੀਵ ਘਟਦੇ ਜਾ ਰਹੇ ਨੇ ਕਿਉਂਕਿ ਉਮਰ ਮਿਥੀ ਹੋਈ ਹੈ। ਇਸ ਤਰ੍ਹਾਂ ਆਵ ਘਟੈ, ਜਿਵੇਂ ਕਿਹਾ ਦਿਨ ਤੇ ਪਹਿਰ, ਪਹਿਰ ਤੇ ਘਰੀਆਂ। ਆਵ ਘਟੈ ਤਨ ਛੀਜੈ, ਕਾਲ ਅਹੇਰੀ। ਫਿਰੈ ਬੱਧਕ ਜਿਉ, ਕਹੋ ਕਵਨ ਬਿਧ ਕੀਜੈ। ਜਦੋਂ ਅਜੇ ਸੂਰਜ ਨਹੀਂ ਚੜ੍ਹਿਆ, ਰਾਤ ਬਤੀਤ ਹੋ ਚੁੱਕੀ ਹੈ, ਅਜੇ ਸੂਰਜ ਦੀਆਂ ਰਿਸ਼ਮਾਂ ਧਰਤੀ ਤੇ ਨਹੀਂ ਪਈਆਂ, ਨਹੀਂ ਪਸਰੀਆਂ, ਤੇ ਉਦੋਂ ਦਿਨ ਦੀ ਉਮਰ ਹੈ ਪੂਰੇ 4 ਪਹਿਰ। ਤੇ ਜਦੋਂ 4 ਕਿਰਨਾਂ ਧਰਤੀ ਤੇ ਪਸਰ ਗਈਆਂ ਤੇ ਦਿਨ ਦੇ ਟੁਕੜੇ ਹੋ ਗਏ 4, 4 ਪਹਿਰਾਂ 'ਚ ਦਿਨ ਵੰਡਿਆ ਗਿਆ। ਫਿਰ ਹਿਸਾਬ ਲਾਇਆ ਜਾਂਦਾ ਭਈ ਪਹਿਲਾ ਪਹਿਰ ਕਿੰਨਾ ਬਤੀਤ ਹੋਇਆ। ਸੋ ਇਸ ਪ੍ਰਕਾਰ ਫਿਰ ਘੜੀਆਂ, 7.5 ਘੜੀਆਂ ਦਾ ਇੱਕ ਪਹਿਰ ਪੁਰਾਣੇ ਸਮੇਂ 'ਚ, ਵਿਸੇ ਚਸੇ ਘੜੀਆਂ ਪਹਿਰਾਂ ਇਤਿਆਦਿਕ। ਤੇ ਅੱਜ ਕੱਲ੍ਹ ਇੰਨੇ ਘੰਟੇ, ਇੰਨੇ ਮਿੰਟ, ਇੰਨੇ ਸਕਿੰਟ ਇਤਿਆਦਿਕ। ਇਸ ਤਰ੍ਹਾਂ ਫਿਰ ਮਾਂ ਦੇ ਗਰਭ ਦਾ ਕੋਰਸ ਪੂਰਾ ਹੋਣ ਤੇ ਜਨਮ ਤੋਂ ਪਹਿਲਾਂ ਉਮਰ ਸੀ ਜੀਵ ਦੀ ਪੂਰੀ, ਪਰ ਜਿਸ ਵੇਲੇ ਜਨਮ ਲੈ ਲਿਆ ਤੇ ਸਵਾਸ ਲੈ ਲਏ 1-2, ਉਦੋਂ ਘਟਣੀ ਸ਼ੁਰੂ ਹੋ ਗਈ। ਇਸ ਤਰ੍ਹਾਂ ਹਜ਼ੂਰ ਕਹਿੰਦੇ ਨੇ ਆਵ ਘਟੈ ਨਰ ਨਾ ਬੁੱਝੈ। ਮਨੁੱਖ ਇਸ ਗੱਲ ਨੂੰ ਸਮਝਦਾ ਹੀ ਨਹੀਂ। ਐਸਾ ਅਗਿਆਨ ਛਾਇਆ ਹੋਇਆ, ਇਸ ਗੱਲ ਦਾ ਚੇਤਾ ਹੀ ਭੁਲਾ ਦਿੱਤਾ ਕਿ ਮੇਰੀ ਉਮਰ ਘਟਦੀ ਜਾ ਰਹੀ ਹੈ। ਨਿਤ ਮੂਸਾ ਲਾਜ ਟੁਕਾਏ। ਮੂਸਾ ਦਾ ਅਰਥ ਹੈ ਚੂਹਾ, ਲਾਜ ਦਾ ਅਰਥ ਹੈ ਲਾਜ, ਰੱਸੀ ਜਿਵੇਂ ਹੁੰਦੀ ਹੈ, ਉਹਨੂੰ ਟੁਕ ਰਿਹਾ। ਸਾਡੇ ਉਮਰ ਦੀ ਜਿਹੜੀ ਲੱਜ ਹੈ ਨਾ, ਰੱਸੀ, ਇਸ ਨੂੰ ਮੂਸਾ ਚੂਹਾ ਭਾਵ ਕਾਲ ਟੁਕ ਰਿਹਾ ਹੈ। ਮਹਾਭਾਰਤ ਵਿੱਚ ਇਸ ਤਰ੍ਹਾਂ ਦਾ ਦ੍ਰਿਸ਼ਟਾਂਤ ਬਣਾ ਕੇ ਲਿਖਿਆ ਹੋਇਆ ਕਿ ਕੋਈ ਬ੍ਰਾਹਮਣ, ਕੋਈ ਦਵਿਜ ਜੰਗਲ ਵਿੱਚ ਚਲਾ ਗਿਆ ਤੇ ਇੱਕ ਪਾਸੇ ਤਾਂ ਇੱਕ ਡੈਣ ਰੁੱਖਾਂ ਦੇ ਟਾਹਣੇ ਭੰਨਦੀ ਆ ਰਹੀ ਸੀ, ਇੱਕ ਪਾਸੇ ਅੱਗ ਲੱਗੀ ਮੱਚਦੀ ਉਧਰ ਨੂੰ ਆ ਰਹੀ ਸੀ, ਤੇ ਇੱਕ ਪਾਸੇ 12 ਸੁੰਡਾਂ ਵਾਲਾ ਇੱਕ ਹਾਥੀ ਭੱਜਾ ਆ ਰਿਹਾ ਸੀ, ਤੇ ਚੌਥਾ ਪਾਸਾ ਜਿਹੜਾ ਸੀ ਉਧਰ ਇੱਕ ਖੂਹ ਸੀ, ਤੇ ਉਹ ਖੂਹ ਵੱਲ ਨੂੰ ਹੋਇਆ ਬ੍ਰਾਹਮਣ, ਤੇ ਉਹਦੇ ਕੰਢੇ ਤੇ ਇੱਕ ਰੁੱਖ ਸੀ, ਤੇ ਰੁੱਖ ਦੀਆਂ ਜੜ੍ਹਾਂ ਹੇਠਾਂ ਨੂੰ ਪਲਮੀਆਂ ਹੋਈਆਂ। ਉਹਨਾਂ ਸਾਰਿਆਂ ਬਾਕੀਆਂ ਤੋਂ ਬਚਣ ਵਾਸਤੇ ਉਹਨੇ ਉਹ ਜੜ੍ਹ ਫੜ ਲਈ ਹੇਠਾਂ ਖੂਹ 'ਚ ਉਤਰਨ ਵਾਸਤੇ। ਹੇਠਾਂ ਵੇਖਿਆ ਤੇ ਇੱਕ ਅਸਰਾਲ ਸੀ, ਬੜਾ ਵੱਡਾ ਸੱਪ ਜਿਵੇਂ ਹੁੰਦਾ, ਅਜਗਰ, ਤੇ ਉਸ ਰੁੱਖ ਦੀ ਜੜ੍ਹ ਨੂੰ ਇੱਕ ਮਾਖਿਓਂ ਲੱਗਾ ਹੋਇਆ ਸੀ, ਛੱਤਾ ਸੀ ਸ਼ਹਿਦ ਦਾ, ਤੇ ਉਹਦੇ ਵਿੱਚੋਂ ਥੋੜ੍ਹਾ ਥੋੜ੍ਹਾ ਸ਼ਹਿਦ ਸਿਮਦਾ ਸੀ। ਉਹ ਮੂੰਹ ਅੱਡ ਕੇ ਤੇ ਉਹ ਸ਼ਹਿਦ ਚਖਣ 'ਚ ਲੱਗਾ ਰਿਹਾ, ਤੇ ਜਿਹੜੀ ਜੜ੍ਹ ਸੀ ਰੁੱਖ ਦੀ, ਜਿਹਨੂੰ ਹੱਥ ਪਾਏ ਹੋਏ ਸੀ, ਉਹਨੂੰ 2 ਚੂਹੇ ਆ ਕੇ ਟੁੱਕਣ ਲੱਗ ਪਏ, ਕਾਲਾ ਤੇ ਚਿੱਟਾ। ਇਹ ਰਸ ਖਾਣ ਵਿੱਚ, ਸ਼ਹਿਦ ਚਖਣ ਵਿੱਚ ਮਸਤ ਹੋਇਆ ਹੋਇਆ, ਤੇ ਉਧਰੋਂ ਚੂਹਿਆਂ ਨੇ ਉਹ ਜਿਹੜੀ ਜੜ੍ਹ ਸੀ ਨਾ, ਲੱਜ ਟੁੱਕ ਦਿੱਤੀ। ਇਹ ਹੇਠਾਂ ਅਸਰਾਲ ਦੇ ਮੂੰਹ ਜਾ ਪਿਆ। ਇਹ ਦ੍ਰਿਸ਼ਟਾਂਤ ਹੈ। 12 ਸੁੰਡਾਂ ਵਾਲਾ ਹਾਥੀ ਕਿਹਾ ਹੈ ਕਿ ਜੋ 12 ਮਹੀਨੇ ਹਨ ਸਾਲ ਦੇ। ਇਸ ਤਰ੍ਹਾਂ ਸਾਡੀ ਉਮਰ ਦੇ ਸਾਲ ਬਤੀਤ ਹੁੰਦੇ ਜਾ ਰਹੇ, ਉਹ ਹਾਥੀ ਸਮਾਂ ਸਾਡੇ ਵੱਲੋਂ ਭੱਜਾ ਆ ਰਿਹਾ। ਇੱਕ ਬਿਰਧ ਅਵਸਥਾ ਰੂਪੀ ਡੈਣ ਆ ਜਿਹੜੇ ਜਵਾਨੀ ਦੇ ਟਾਹਣੇ ਭੰਨਦੀ ਆ ਰਹੀ ਹੈ। ਇੱਕ ਪਾਸੇ ਤ੍ਰਿਸ਼ਨਾ ਦੀ, ਵਿਕਾਰਾਂ ਦੀ ਸੰਸਾਰ 'ਚ ਅੱਗ ਲੱਗੀ ਹੋਈ ਹੈ, ਤੇ ਇਸ ਪ੍ਰਕਾਰ ਇਹ ਸਰੀਰ ਰੂਪੀ ਖੂਹ ਜਾਂ ਗ੍ਰਸਤ ਸੰਸਾਰ ਰੂਪੀ ਖੂਹ
तो ਉਹਦੇ ਕੰਢੇ ਸਰੀਰ ਦਾ ਰੁੱਖ ਖੜਾ ਤੇ ਇਹਦੀ ਜਿਹੜੀ ਉਮਰ ਹੈ ਉਹ ਲੱਜ ਹੈ, ਉਹ ਜੜ ਹੈ ਰੁੱਖ ਦੀ। ਇਸ ਨੂੰ ਪਕੜ ਕੇ ਹੇਠਾਂ ਉਤਰਨ ਲੱਗਾ ਤੇ ਉਧਰੋਂ ਕਾਲਾ ਤੇ ਚਿੱਟਾ, ਕਾਲਾ ਚੂਹਾ ਰਾਤ ਹੈ ਤੇ ਚਿੱਟਾ ਚੂਹਾ ਦਿਨ, ਇਹ ਉਹਦੀ ਉਮਰ ਦੀ ਲੱਜ ਨੂੰ ਟੁੱਕਣ ਲੱਗ ਪਏ। ਤੇ ਵਿਸ਼ੇ ਸੁਖ ਮਿਠਾਸ ਹੈ ਜਿਹੜਾ ਭੋਗਾਂ ਦਾ ਰਸ ਹੈ ਨਾ, ਇਹਦੇ 'ਚ ਖਚਤ ਹੋਇਆ ਹੋਇਆ, ਇਹ ਸਮਝਦਾ ਬੁੱਝਦਾ ਨਹੀਂ। ਉਹ ਲੱਜ ਟੁੱਕੀ ਗਈ ਤੇ ਕਾਲ ਰੂਪੀ ਸਰਾਲ ਦੇ ਮੂੰਹ 'ਚ ਜਾ ਪਿਆ। ਇਸ ਪ੍ਰਕਾਰ ਦਾ ਦ੍ਰਿਸ਼ਟਾਂਤ ਹੈ। ਅਣਦਿਨ ਮੂਸਾ ਲਾਜ ਟੁਕਾਈ, ਗਿਰਤ ਕੂਪ ਮੈਂ ਖਾਹੇ ਮਿਠਾਈ। ਸ਼੍ਰੀ ਗੁਰੂ ਅਰਜਨ ਦੇਵ ਦੇ ਬਚਨ ਹੈ। ਇੱਥੇ ਉਹ ਸਤਿਗੁਰੂ ਰਾਮਦਾਸ ਮਹਾਰਾਜ ਸੰਖੇਪ ਅੱਖਰਾਂ ਵਿੱਚ ਇਹ ਸਾਨੂੰ ਸਮਝਾ ਰਹੇ ਨੇ ਕਿ ਇਹ ਸਮਾਂ ਜੋ ਹੈ ਇਹ ਮੂਸਾ ਚੂਹਾ ਹੈ, ਸਾਡੇ ਸਰੀਰ ਦੀ ਉਮਰ ਦੀ ਲੱਜ ਨੂੰ ਟੁੱਕ ਰਿਹਾ ਹੈ। ਨਿਤ ਮੂਸਾ ਲਾਜ ਟੁਕਾਏ, ਗੁੜ ਮਿੱਠਾ ਮਾਇਆ ਪਸਰਿਆ, ਮਨਮੁਖ ਲੱਗ ਮਾਖੀ ਪਚੈ ਪਚਾਏ। ਹੋਰ ਦ੍ਰਿਸ਼ਟਾਂਤ ਦੇ ਰਹੇ ਨੇ, ਜਿਵੇਂ ਗੁੜ ਬਹੁਤ ਮਿੱਠਾ ਹੁੰਦਾ ਤੇ ਸਾਉਣ ਭਾਦੋਂ ਦੇ ਦਿਨਾਂ 'ਚ ਇਹਨਾਂ ਮਹੀਨਿਆਂ ਦੇ ਵਿੱਚ ਜਿਹੜਾ ਗੁੜ ਹੈ ਢਲਕ ਜਾਂਦਾ, ਪੋਲਾ ਹੋ ਜਾਂਦਾ ਤੇ ਮੱਖੀਆਂ ਆ ਕੇ ਉਹਦੇ ਉੱਪਰ ਬੈਠਦੀਆਂ ਤੇ ਫਿਰ ਮੱਖੀਆਂ ਗੁੜ ਖਾਣ 'ਚ ਮਸਤ ਹੋਣ ਕਰਕੇ ਉਹਨਾਂ ਦੀਆਂ ਜਿਹੜੀਆਂ ਲੱਤਾਂ ਜੀਆਂ ਨਾ ਮੱਖੀਆਂ ਦੀਆਂ, ਉਹ ਵਿੱਚੇ ਹੀ ਖੁੱਭ ਜਾਂਦੀਆਂ ਗੁੜ ਦੇ, ਗੁੜ ਪੋਲਾ ਹੋਇਆ ਤੇ ਇਸੇ ਤਰ੍ਹਾਂ ਖੰਭ ਵੀ ਉੱਥੇ ਹੀ, ਤੇ ਇਸ ਤਰ੍ਹਾਂ ਉੱਥੇ ਹੀ ਮਰ ਜਾਂਦੀ ਹੈ ਮੱਖੀ, ਲੰਪਟ ਹੋਈ ਗੁੜ ਖਾਣ 'ਚ ਮਰ ਜਾਂਦੀ ਹੈ। ਇਸੇ ਪ੍ਰਕਾਰ ਦ੍ਰਿਸ਼ਟਾਂਤ ਦੇ ਕੇ ਸਤਿਗੁਰੂ ਕਹਿੰਦੇ ਨੇ ਗੁੜ ਮਿੱਠਾ ਮਾਇਆ ਪਸਰਿਆ, ਮਾਇਆ ਰੂਪੀ ਮਿੱਠਾ ਗੁੜ ਸੰਸਾਰ ਵਿੱਚ ਪਸਰਿਆ ਫੈਲਿਆ ਹੋਇਆ ਹੈ। ਮਨਮੁਖ ਲੱਗ ਮਾਖੀ ਪਚਾ ਪਚਾਏ, ਮਨਮੁਖ ਮੱਖੀ ਬਣਿਆ ਹੋਇਆ, ਜਿਵੇਂ ਮੱਖੀ ਲੱਗੀ ਗੁੜ ਦੇ ਨਾਲ, ਇਸੇ ਤਰ੍ਹਾਂ ਇਹ ਮਾਇਆ ਦੇ ਜਿਹੜੇ ਵਿਸ਼ੇ ਸੁਖ ਮਿਠਾਸ ਇਹਦੇ 'ਚ ਲੱਗਾ ਹੋਇਆ, ਇਹ ਮਨਮੁਖ ਦਾ ਮਨ ਪਚਾ ਪਚਾਏ ਸੜਦਾ ਹੈ, ਖੁਆਰ ਹੋ ਰਿਹਾ ਹੈ, ਸੋ ਪਚੀ ਹੋ ਰਿਹਾ, ਪਚ ਰਿਹਾ ਹੈ, ਤਦਾਕਾਰ ਹੋ ਰਿਹਾ, ਇਸ ਤਰ੍ਹਾਂ ਆਪਣਾ ਜੀਵਨ ਬਰਬਾਦ ਕਰ ਰਿਹਾ। ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ, ਹਜ਼ੂਰ ਕਹਿੰਦੇ ਨੇ ਹੇ ਮੇਰੇ ਭਾਈ ਗੁਰਸਿੱਖ ਪਿਆਰਿਓ, ਮੇਰੇ ਮਿੱਤਰ ਤੇ ਸਖਾ ਸਹਾਈ ਹੋਣ ਵਾਲੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਹਨ। ਸੋਇਓ ਜੋ ਪਹਿਲਾਂ ਸੀ ਹੁਣ ਵੀ ਉਹੀ ਅੱਗੇ ਨੂੰ ਹਨ। ਐਸੇ ਪ੍ਰਭੂ ਅਕਾਲ ਪੁਰਖ ਜੀ ਹੀ ਮੇਰੇ ਮਿੱਤਰ ਤੇ ਸਖਾ ਹਨ। ਪੁੱਤ ਕੁਲਤ ਮੋਹ ਬਿਖ ਹੈ, ਅੰਤ ਬੇਲੀ ਕੋਈ ਨਾ ਹੋਏ। ਸਤਿਗੁਰੂ ਮਹਾਰਾਜ ਸਾਨੂੰ ਸਮਝਾ ਰਹੇ ਨੇ ਕਿ ਤੁਸੀਂ ਵੀ ਸਮਝੋ ਇਹ ਗੱਲ। ਪੁੱਤਰ ਤੇ ਕੁਲਤ ਇਸਤਰੀ, ਇਹਨਾਂ ਸਾਰਿਆਂ ਦਾ ਜਿਹੜਾ ਮੋਹ ਹੈ ਨਾ, ਇਹ ਬਿਖ ਜ਼ਹਿਰ ਰੂਪ ਹੈ। ਹਜ਼ੂਰ ਕਹਿੰਦੇ ਮੋਹ ਵਿੱਚ ਬੜਾ ਗਲਤਾਨ ਹੋਇਆ ਜੀ, ਪਰ ਮੋਹ 'ਚ ਪੈ ਕੇ ਬੁਰੇ ਕਰਮ ਨਹੀਂ ਕਰਨੇ ਚਾਹੀਦੇ। ਧੀਆਂ ਪੁੱਤਰਾਂ ਦੇ ਪ੍ਰਤੀ ਆਪਣੇ ਫਰਜ਼ ਤਾਂ ਅਦਾ ਕਰਨੇ ਚਾਹੀਦੇ ਨੇ। ਜਿਵੇਂ ਕੋਈ ਬੈਂਕ ਦੇ ਅੱਗੇ ਪਹਿਰੇਦਾਰ ਖੜਾ, ਉਹ ਰਖਵਾਲੀ ਤਾਂ ਕਰਦਾ ਬੈਂਕ ਦੀ, ਪਰ ਜੇ ਉਹ ਕਹੇ ਬੈਂਕ ਮੇਰਾ, ਇਹ ਤਾਂ ਨਹੀਂ ਨਾ। ਇਸੇ ਤਰ੍ਹਾਂ ਇਹ ਜੀ ਜੰਤ ਜਿੰਨੇ ਵੀ ਹਨ, ਭੈਣ ਭਰਾ, ਸਾਗ ਸੰਬੰਧੀ, ਮਾਤਾ ਪਿਤਾ, ਧੀਆਂ ਪੁੱਤਰ, ਧਰਮ ਪਤਨੀ, ਸਭ ਹਨ, ਇਹਨਾਂ ਨਾਲ ਸਾਡਾ ਸੰਬੰਧ ਹੈ। ਪ੍ਰਮਾਤਮਾ ਨੇ ਸਾਨੂੰ ਜਨਮ ਦਿੱਤਾ ਹੈ, ਇਹਨਾਂ ਨਾਲ ਸਾਡਾ ਲੈਣ ਦੇਣ ਹੈ, ਫਰਜ਼ ਹਨ, ਪਰ ਇਹਨਾਂ 'ਚ ਗਲਤਾਨ ਨਹੀਂ ਹੋਣਾ ਹੈ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਪੁੱਤ ਕੁਲਤ ਮੋਹ ਬਿਖ ਹੈ, ਅੰਤ ਬੇਲੀ ਕੋਈ ਨਾ ਹੋਏ। ਇਹ ਸਮਝਣਾ ਹੈ ਕਿ ਇਹਦੇ ਵਿੱਚ ਰਹਿੰਦਿਆਂ ਸੰਸਾਰ ਦੇ ਵਾਹਿਗੁਰੂ ਦਾ ਭਜਨ ਕਰਨਾ, ਪ੍ਰਮਾਤਮਾ ਦੇ ਸਨਮੁਖ ਹੋ ਕੇ ਰਹਿਣਾ ਹੈ। ਇਹਨਾਂ ਮੋਹ 'ਚ ਲੱਗ ਕੇ ਪ੍ਰਮਾਤਮਾ ਨੂੰ ਨਹੀਂ ਵਿਸਾਰ ਦੇਣਾ, ਗਲਤਾਨ ਨਹੀਂ ਹੋ ਜਾਣਾ, ਕਿਉਂਕਿ ਇਹਨਾਂ ਸਾਰਿਆਂ ਵਿੱਚੋਂ ਕੋਈ ਵੀ ਅੰਤ ਨੂੰ ਬੇਲੀ ਭਾਵ ਸਹਾਈ ਨਹੀਂ ਹੋਵੇਗਾ। ਬੇਲੀ ਦਾ ਅਰਥ ਹੈ ਮਿੱਤਰ, ਸਾਥ ਦੇਣ ਵਾਲਾ ਕੋਈ ਨਹੀਂ ਹੋਵੇਗਾ। ਰਹਾਓ ਗੁਰਮਤਿ ਹਰ ਲਿਵ ਉਬਰੇ, ਅਲਿਪਤ ਰਹੇ ਸਰਣਾਏ। ਜਿਨ੍ਹਾਂ ਨੇ ਗੁਰਾਂ ਦੀ ਮੱਤ ਲਈ, ਗੁਰੂ ਮਤੀਏ ਬਣ ਕੇ ਗੁਰੂ ਦੀ ਮੱਤ ਅਨੁਸਾਰ ਹਰੀ ਵਾਹਿਗੁਰੂ ਪਰਮਾਤਮਾ ਵੱਲ ਨੂੰ ਉਹਨਾਂ ਸੁਰਤ ਜੋੜੀ, ਲਿਵ ਲੱਗੀ, ਤੇਲ ਦੀ ਧਾਰਾਵਤ ਸੁਰਤ ਦਾ ਪ੍ਰਵਾਹ ਵਾਹਿਗੁਰੂ ਵਿੱਚ ਲੱਗਾ ਤੇ ਇਹਦੇ ਨਾਲ ਉਬਰੇ ਬਚ ਗਏ। ਅਲਿਪਤ ਰਹੇ ਸਰਣਾਏ, ਵਾਹਿਗੁਰੂ ਦੀ ਸ਼ਰਨ ਵਿੱਚ ਜੋ ਰਹੇ ਉਹ ਅਲਿਪਤ ਭਾਵ ਲਿਬੜੇ ਨਹੀਂ, ਲਿਪਾਏ ਮਾਨਗੀ ਨਹੀਂ ਹੋਈ। ਸੰਸਾਰ ਦੇ ਵਿੱਚ ਜਿੰਨੇ ਵਿਕਾਰ, ਦੋਸ਼, ਮੋਹ ਆਦਿਕ ਹੈ, ਇਹਦੇ ਵਿੱਚ ਗਲਤਾਨ ਹੋ ਗਏ, ਖਚਤ ਹੋ ਕੇ ਆਪਣਾ ਜੀਵਨ ਬਰਬਾਦ ਨਹੀਂ ਕੀਤਾ, ਅਲਿਪਤ ਰਹੇ ਹਨ, ਪਾਪਾਂ ਤੋਂ ਬਚ ਗਏ ਹਨ। ਉਨੀ ਚੱਲਣ ਸਦਾ ਨਿਹਾਲਿਆ, ਹਰ ਖਰਚ ਲਿਆ ਪਤ ਪਾਏ। ਉਹ ਰਹੇ ਤਾਂ ਸੰਸਾਰ ਦੇ ਵਿੱਚ, ਪਰ ਇਸ ਗੱਲ ਨੂੰ ਉਹਨਾਂ ਸਦਾ ਨੇੜਿਓਂ ਵੇਖਿਆ, ਚੱਲਣ ਇੱਥੋਂ ਚਲੇ ਜਾਣਾ। ਹਜ਼ੂਰ ਨੇ ਇੱਕ ਬਚਨ ਕੀਤਾ, ਜਿਨੀ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ। ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ। ਜਿਹੜੇ ਦੁਨਿਆਵੀ ਕੰਮਾਂ ਵਿੱਚ ਲੱਗੇ ਹੋਏ ਦਿਨੇ ਰਾਤ, ਸਰੀਰਕ ਤੌਰ 'ਤੇ ਤਾਂ ਕੰਮ ਕਰਦੇ, ਮਨ ਵੀ ਜਦੋਂ ਸਰੀਰਕ ਤੌਰ 'ਤੇ ਬੈਠੇ ਹੋਈ ਉਦੋਂ ਮਨ ਵੀ
ਇਹਨਾਂ ਸੰਸਾਰ ਦੇ ਕਾਜਾਂ 'ਚ ਲੱਗਾ ਰਹੇ ਕਿ ਆਹ ਕੰਮ ਕਰਨਾ, ਆਹ ਕੰਮ ਕਰਨਾ, ਆਹ ਕੰਮ ਕਰਨਾ। ਇਸ ਤਰ੍ਹਾਂ ਉਹਨਾਂ ਨੇ ਚਲੇ ਜਾਣ ਦੀ ਸਾਰ ਹੀ ਨਹੀਂ ਜਾਣੀ, ਖਬਰ ਨਹੀਂ ਜਾਣੀ। ਤੇ ਜਿਨ੍ਹਾਂ ਨੇ ਚਲੇ ਜਾਣ ਨੂੰ ਸਮਝ ਲਿਆ, ਮਨ 'ਚ ਵਸਾਇਆ ਹੋਇਆ, ਜਿਨੀ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ। ਉਹ ਬਹੁਤੇ ਡੰਬਰ ਕਾਹਨੂੰ ਰਚਦੇ ਆ, ਕਾਹਨੂੰ ਬਹੁਤੇ ਪਸਾਰੇ ਕਰਦੇ ਨੇ, ਪਸਾਰੇ ਨਹੀਂ ਪਸਾਰਦੇ। ਉਹਨੀ ਚੱਲਣ ਸਦਾ ਨਿਹਾਲਿਆ, ਬਹੁਤ ਨੇੜਿਓਂ ਨਿਹਾਲਿਆ, ਵੇਖਿਆ ਉਹਨਾਂ ਨੇ ਵੀ ਅੱਜ ਫਲਾਣਾ ਚਲਾ ਗਿਆ, ਅੱਜ ਫਲਾਣਾ ਚਲਾ ਗਿਆ, ਦੁਨੀਆ ਜਾ ਰਹੀ ਹੈ ਤੇ ਮੇਰਾ ਵੀ ਕੋਈ ਭਰੋਸਾ ਨਹੀਂ, ਮੇਰੀ ਵੀ ਕੋਈ ਪਾਇਆ ਨਹੀਂ, ਇੱਥੋਂ ਚਲੇ ਜਾਣਾ। ਹਰ ਖਰਚ ਲਿਆ ਪਤ ਪਾਏ, ਉਹਨਾਂ ਨੇ ਹਰੀ ਵਾਹਿਗੁਰੂ ਦੇ ਨਾਮ ਦਾ ਖਰਚਾ ਨਾਲ ਲੈ ਲਿਆ ਵੀ ਜਾਣਾ ਪ੍ਰਲੋਕ ਨੂੰ। ਹਜ਼ੂਰ ਨੇ ਕਿਹਾ ਤੋਸਾ ਹਰ ਕਾ ਨਾਮ ਲੈ, ਰਾਹ ਦਾ ਖਰਚ ਉਹਨਾਂ ਲੈ ਲਿਆ। ਪਤ ਪਾਏ, ਇਸ ਦੁਨੀਆ ਵਿੱਚ ਵੀ ਉਹਨਾਂ ਪਤ ਇੱਜ਼ਤ ਪ੍ਰਾਪਤ ਕੀਤੀ ਹੈ ਤੇ ਵਾਹਿਗੁਰੂ ਦੀ ਦਰਗਾਹ ਵਿੱਚ ਵੀ। ਸੋ ਇਸ ਤਰ੍ਹਾਂ ਪਤ ਪਾਏ ਸ਼ਾਬਾਸ਼, ਸੋ ਇਸ ਪ੍ਰਕਾਰ ਐਸੀ ਸ਼ਾਬਾਸ਼ ਮਿਲੀ ਹੈ, ਵਾਹਿਗੁਰੂ ਦੇ ਦਰ ਤੋਂ ਇੱਜ਼ਤ ਮਿਲੀ ਹੈ। ਗੁਰਮੁਖ ਦਰਗਹਿ ਮੰਨੀਐ, ਹਰਿ ਆਪ ਲਏ ਗੱਲ ਆਏ। ਜਿਨ੍ਹਾਂ ਨੂੰ ਹਰੀ ਪ੍ਰਮਾਤਮਾ ਨੇ ਆਪ ਆਪਣੇ ਅਭੇਦ ਨਿਸ਼ਚਾ ਰੂਪੀ ਕੰਠ ਗਲੇ ਨਾਲ ਲਾ ਲਿਆ ਹੈ, ਉਹ ਗੁਰਾਂ ਦੇ ਅਨੁਸਾਰੀ ਚੱਲਣ ਵਾਲੇ ਗੁਰਮੁਖ ਦਰਗਾਹ ਦੇ ਵਿੱਚ ਮੰਨੇ ਜਾਂਦੇ ਹਨ, ਪ੍ਰਵਾਨੇ ਜਾਂਦੇ ਹਨ, ਸਤਿਕਾਰ ਮਿਲਦਾ, ਆਦਰ ਪਾਉਂਦੇ ਹਨ। ਉਹ ਗੁਰਮੁਖਾ ਨੋ ਪੰਥ ਪ੍ਰਗਟਾ, ਦਰ ਠਾਕ ਨਾ ਕੋਈ ਪਾਏ। ਜੋ ਗੁਰਾਂ ਦੇ ਅਨੁਸਾਰੀ ਹੋ ਕੇ ਚੱਲਣ ਵਾਲੇ ਹਨ ਨਾ, ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਦਾ ਪੰਥ ਰਸਤਾ ਪ੍ਰਗਟ ਹੋ ਗਿਆ ਹੈ, ਉਹਨਾਂ ਵਾਸਤੇ ਰਾਹ ਖੁੱਲ੍ਹ ਗਿਆ ਹੈ। ਤੇ ਉਸ ਰਸਤੇ ਤੇ ਚੱਲਦਿਆਂ ਉਸ ਦਰ ਤੇ ਜਾਣ ਲਈ ਕੋਈ ਠਾਕ ਰੋਕ ਨਹੀਂ ਪਾ ਸਕਦਾ। ਵਾਹਿਗੁਰੂ ਦੇ ਵੱਲ ਨੂੰ ਸਨਮੁਖ ਹਨ ਤੇ ਵਾਹਿਗੁਰੂ ਦੇ ਦਰ ਤੇ ਜਾਂਦਿਆਂ ਉਹਨਾਂ ਨੂੰ ਰਸਤੇ 'ਚ ਕੋਈ ਰੋਕ ਨਹੀਂ ਸਕਦਾ। ਹਰ ਨਾਮ ਸਲਾਹਨ ਨਾਮ ਮਨ, ਮੁਖ ਤੋਂ ਵੀ ਵਾਹਿਗੁਰੂ ਦੇ ਨਾਮ ਦੀ ਸਲਾਹਤਾ ਕਰਦੇ ਨੇ, ਮਨ ਵਿੱਚ ਵੀ ਨਾਮ ਹੀ ਵਸਿਆ ਹੋਇਆ। ਨਾਮ ਰਹਿਣ ਲਿਵ ਲਾਏ, ਤੇ ਅੱਠੇ ਪੈਰ ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਲਿਵ ਲਾ ਕੇ ਜੀਵਨ ਗੁਜ਼ਾਰਦੇ ਹਨ। ਅਨਹਦ ਧੁਨੀ ਦਰ ਵੱਜਦੇ, ਦਰ ਸੱਚੈ ਸੋਭਾ ਪਾਏ। ਸੋ ਇਸ ਪ੍ਰਕਾਰ ਅਨਹਦ ਧੁਨੀ, ਹੱਦ ਤੋਂ ਰਹਿਤ ਇੱਕ ਰਸ, ਵਾਹਿਗੁਰੂ ਦੇ ਨਾਮ ਦੇ ਜਿਹੜੇ ਵਾਜੇ ਵੱਜਦੇ ਹਨ ਨਾ ਵਾਹਿਗੁਰੂ ਦੇ ਦਰ ਤੇ, ਸੋ ਉਹ ਉਹਨਾਂ ਨੂੰ ਸੁਣਾਈ ਦਿੰਦੇ ਨੇ। ਦਰ ਸੱਚਾ ਸੋਭਾ ਪਾਏ। ਇੱਥੇ ਦੁਨੀਆ ਵਿੱਚ ਵਸਦੇ ਵੀ ਉਹ ਅਨਹਦ ਨਾਦ ਨੂੰ ਸੁਣਦੇ ਹਨ, ਜਿਹੜਾ ਬੈਕੁੰਠੀ ਕੀਰਤਨ ਹੈ ਉਸ ਨੂੰ ਉਹ ਸੁਣਦੇ ਨੇ। ਤੇ ਵਾਹਿਗੁਰੂ ਦੇ ਦਰ ਤੇ, ਸੱਚੇ ਦਰ ਤੇ ਉਹਨਾਂ ਸੋਭਾ ਹੀ ਪਾਉਣੀ ਹੋਈ, ਜੋ ਜੁੜੇ ਹੀ ਉਸ ਵਾਹਿਗੁਰੂ ਦੇ ਨਾਲ ਹਨ। ਜਿਨੀ ਗੁਰਮੁਖ ਨਾਮ ਸਲਾਹਿਆ, ਤਿਨਾ ਸਭ ਕੋ ਕਹੈ ਸ਼ਾਬਾਸ਼। ਜਿਨ੍ਹਾਂ ਨੇ ਗੁਰਾਂ ਦੇ ਅਨੁਸਾਰੀ ਹੋ ਕੇ ਵਾਹਿਗੁਰੂ ਦੇ ਨਾਮ ਦੀ ਸਲਾਹਤਾ ਕੀਤੀ ਹੈ, ਉਹਨਾਂ ਨੂੰ ਸਭ ਕੋਈ ਸ਼ਾਬਾਸ਼ ਸ਼ਾਬਾਸ਼, ਆਫਰੀਨ ਅਫਰੀਨ, ਧੰਨ ਹਨ, ਵਡਿਆਈ ਕਰਦਾ। ਤਿਨ ਕੀ ਸੰਗਤ ਦੇਹ ਪ੍ਰਭ, ਹੇ ਵਾਹਿਗੁਰੂ ਪ੍ਰਭੂ ਜੀ, ਮੈਨੂੰ ਵੀ ਉਹਨਾਂ ਦੀ ਸੰਗਤ ਬਖਸ਼ੋ। ਮੈਂ ਜਾਚਕ ਕੀ ਅਰਦਾਸ, ਮੈਂ ਜਾਚਕ ਮੰਗਤੇ ਦੀ ਇੱਕ ਅਰਦਾਸ ਬੇਨਤੀ ਫਰਿਆਦ ਹੈ ਜੀ। ਜਾਚਕ ਜਨ ਜਾਚੈ ਪ੍ਰਭਦਾਨ, ਕਰ ਕਿਰਪਾ ਦੇਵੋ ਹਰ ਨਾਮ। ਸਾਧ ਜਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੀ ਸਰਦਾ ਪੂਰ। ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੈ ਧਿਆਵੋ। ਇਸ ਪ੍ਰਕਾਰ ਹਜੂਰ ਨੇ ਸਾਨੂੰ ਮੰਗਤ ਜਨ ਬਣ ਕੇ ਮੰਗਣ ਦੀ ਜਾਚ ਦੱਸੀ ਹੈ। ਕਿਸਹੋਂ ਜਾਚੀ ਕਿਸ ਰਾਧੀ, ਜਾਂ ਸਭ ਕੋ ਕੀਤਾ ਹੋਸੀ। ਜੋ ਜੋ ਦੀਸਾ ਵੱਡਾ ਵਡੇਰਾ, ਸੋ ਸੋ ਖਾਕੂ ਰਲਸੀ। ਸੋ ਇਸ ਪ੍ਰਕਾਰ ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰਾ ਸੰਗ ਨ ਚਾਲੈ, ਮਿਲੈ ਕਿਰਪਾ ਗੁਣ ਗਾਮ। ਮੰਗੋ ਰਾਮ ਤੇ ਇੱਕ ਦਾਨ। ਸੋ ਇਸ ਪ੍ਰਕਾਰ ਮੇਰੀ ਜਾਚਕ ਮੰਗਤੇ ਦੀ ਇੱਕ ਅਰਦਾਸ ਬੇਨਤੀ ਹੈ ਜੀ, ਜਿਹੜੇ ਤੇਰੇ ਨਾਮ ਨਾਲ ਜੁੜੇ ਹੋਏ ਨੇ ਉਹਨਾਂ ਦੀ ਸੰਗਤ ਮੈਨੂੰ ਬਖਸ਼। ਨਾਨਕ ਭਾਗ ਵੱਡੇ ਤਿਨਾ ਗੁਰਮੁਖਾਂ, ਜਿਨ ਅੰਤਰ ਨਾਮ ਪ੍ਰਗਾਸ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹਨਾਂ ਗੁਰਮੁਖ ਜਨਾਂ ਦੇ ਵੱਡੇ ਭਾਗ ਹਨ ਜੀ, ਜਿਨ ਅੰਤਰ ਨਾਮ ਪ੍ਰਗਾਸ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਚਾਨਣ ਹੈ। ਨਾਮ ਦੀ ਮਹਾਨਤਾ ਨੂੰ ਸਮਝ ਲਿਆ ਜਿਨ੍ਹਾਂ ਦੇ ਮਨ ਨੇ, ਇਹ ਹੈ ਚਾਨਣ ਹੋਣਾ। ਜਿਨ੍ਹਾਂ ਦੇ ਅੰਦਰ ਨਾਮ ਦਾ ਪ੍ਰਗਾਸ ਹੋ ਗਿਆ, ਉਹਨਾਂ ਦੇ ਵੱਡੇ ਭਾਗ ਨੇ, ਬਹੁਤ ਵੱਡੇ। ਜਿਵੇਂ ਬਚਨ ਕੀਤਾ ਹੈ, ਸੋ ਧਨ ਧਨ ਭਾਗ ਤਿਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਿਤਿਆ। ਧਨ ਧਨ ਭਾਗ ਤਿਨਾ ਸਾਧ ਜਨਾ, ਜੋ ਹਰ ਜਸ ਸਰਵਣੀ ਸੁਣਤਿਆ। ਧਨ ਧਨ ਭਾਗ ਤਿਨਾ ਸੰਤ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬਣਤਿਆ। ਧਨ ਧਨ ਭਾਗ ਤਿਨਾ ਗੁਰਮੁਖਾਂ, ਜੋ ਗੁਰਸਿੱਖ ਲੈ ਮਨ ਜਿਣਤਿਆ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਚਰਣੀ ਸਿੱਖ ਪੜਤਿਆ। ਜਿਨ੍ਹਾਂ ਅੰਦਰ ਗੁਰੂ ਦੇ
ਸ਼ਬਦ ਰਾਹੀਂ ਨਾਮ ਦਾ ਪ੍ਰਕਾਸ਼ ਹੋ ਗਿਆ। ਸਤਿਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਉਹਨਾਂ ਗੁਰਮੁਖਾਂ ਦੇ ਵੱਡੇ ਭਾਗ ਨੇ। ਇੱਥੋਂ ਤੱਕ ਸ੍ਰੀ ਰਾਗ ਦੇ ਕੁੱਲ 70 ਸ਼ਬਦ ਸੰਪੂਰਨ ਹੋਏ ਨੇ। 33 ਸ਼ਬਦ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹਨ ਤੇ 31 ਸ਼ਬਦ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਹਨ ਤੇ 6 ਸ਼ਬਦ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਹਨ। ਇੱਥੋਂ ਤੱਕ 70 ਸ਼ਬਦ ਸੰਪੂਰਨ ਹੋਏ ਹਨ। ਇਸ ਤੋਂ ਅੱਗੇ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਬਦ ਆਰੰਭ ਹੋਣਗੇ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਜੀ ਤੇ ਆਪ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।